ਕੀ ਹਾਲ ਨੇ ਸਾਥੀਓ ਆਪਾਂ ਜੀਓਗ੍ਰਾਫੀ ਦੇ ਲੈਕਚਰ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਪਹਿਲਾਂ ਮੈਂ ਪਹਿਲੀ ਵੀਡੀਓ ਪਾਈ ਸੀ ਜੀਓਗ੍ਰਾਫੀ ਭੂਗੋਲ ਨਾਲ ਸੰਬੰਧਿਤ, ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਭਾਰਤ ਬਾਰੇ। ਅੱਜ ਅਸੀਂ ਉਹਦਾ ਸੈਕੰਡ ਟੌਪਿਕ ਸਟਾਰਟ ਕਰ ਰਹੇ ਹਾਂ। ਸੈਕੰਡ ਟੌਪਿਕ ਹੈਗਾ ਫਿਜ਼ੀਓਗ੍ਰਾਫੀ ਆਫ ਇੰਡੀਆ, ਭਾਵ ਧਰਾਤਲ ਦੇ ਤੌਰ 'ਤੇ ਭਾਰਤ ਵਿੱਚ ਕਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ, ਜਾਂ ਧਰਾਤਲ ਦੇ ਤੌਰ 'ਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਹਿਮਾਲਿਆ ਪਰਬਤ ਪਾਏ ਜਾਂਦੇ ਨੇ, ਮੈਦਾਨੀ ਇਲਾਕਾ ਪਾਇਆ ਜਾਂਦਾ, ਤਾਂ ਉਸ ਤਰੀਕੇ ਨਾਲ ਅੱਜ ਭਾਰਤ ਦੀ ਫਿਜ਼ੀਓਗ੍ਰਾਫੀ ਨੂੰ ਪੜ੍ਹਨਾ ਆਪਾਂ ਸਾਥੀਓ ਸਟਾਰਟ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਮੋਸਟਲੀ NDA ਦਾ ਪੇਪਰ ਹੋਵੇ ਲੈਫਟੀਨੈਂਟ ਬਣਨ ਲਈ, ਜਾਂ ਫਿਰ ਕੰਬਾਈਨਡ ਡਿਫੈਂਸ ਸਰਵਿਸਿਜ਼ ਦਾ, ਜਾਂ ਫਿਰ ਪੰਜਾਬ ਪੁਲਿਸ ਦੇ ਵਿੱਚ ਇਹੋ ਜਿਹੇ ਕੁਐਸਚਨਸ ਹਮੇਸ਼ਾ ਪੁੱਛੇ ਜਾਂਦੇ ਨੇ। ਆਓ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਆਪਣਾ ਟੌਪਿਕ ਸਟਾਰਟ ਕਰੀਏ। ਸਾਥੀਓ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਸਾਡੇ ਭਾਰਤ ਨੂੰ ਮੁੱਖ ਤੌਰ 'ਤੇ 5 ਭਾਗਾਂ 'ਚ ਵੰਡਿਆ ਜਾਂਦਾ, ਭਾਵ ਧਰਾਤਲ ਤੌਰ 'ਤੇ ਭਾਰਤ ਵਿੱਚ 5 ਚੀਜ਼ਾਂ ਨੇ। ਅਸੀਂ ਦੇਖਦੇ ਹਾਂ ਕਿ ਭਾਰਤ ਦੇ ਉੱਤਰ ਵਿੱਚ ਸਾਨੂੰ ਪਹਾੜੀ ਇਲਾਕਾ ਮਿਲਦਾ, ਮਾਊਂਟੇਨ ਏਰੀਆ ਆ ਗਿਆ। ਦੂਜੇ ਨੰਬਰ 'ਤੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਉੱਤਰ ਤੋਂ ਹੇਠਾਂ ਆ ਕੇ ਗ੍ਰੇਟ ਪਲੇਨਸ ਆਫ ਨਾਰਥ ਇੰਡੀਆ, ਭਾਵ ਮੈਦਾਨੀ ਇਲਾਕਾ ਮਿਲਦਾ। ਪੰਜਾਬ, ਹਰਿਆਣਾ, UP ਮੈਦਾਨੀ ਇਲਾਕੇ 'ਚ ਆ ਗਿਆ। ਫਿਰ ਥੋੜ੍ਹਾ ਦੱਖਣ ਭਾਰਤ ਵੱਲ ਜਾਂਦੇ ਹਾਂ ਤਾਂ ਸਾਨੂੰ ਪਠਾਰੀ ਇਲਾਕਾ ਮਿਲਦਾ। ਚੌਥੇ ਨੰਬਰ 'ਤੇ ਅਸੀਂ ਦੇਖਦੇ ਹਾਂ ਕਿ ਸਮੁੰਦਰਾਂ ਦੇ ਨਾਲ ਲੱਗਦੇ ਇਲਾਕੇ ਨੂੰ ਤੱਟਵਰਤੀ ਇਲਾਕਾ ਜਾਂ ਕੋਸਟਲ ਪਲੇਨ ਕਹਿੰਦੇ ਨੇ, ਕੋਸਟਲ ਪਲੇਨ ਮਿਲਦੇ ਨੇ। ਅਤੇ ਲਾਸਟ 'ਤੇ ਸਾਨੂੰ ਦੀਪ ਸਮੂਹ ਟਾਪੂ ਜਿਵੇਂ ਅੰਡੇਮਾਨ ਅਤੇ ਨਿਕੋਬਾਰ, ਲਕਸ਼ਦੀਪ, ਮਿਨੀਕੋ ਇਹ ਮਿਲਦੇ ਨੇ। ਤਾਂ ਕੁੱਲ 5 ਤਰੀਕੇ ਦੇ ਧਰਾਤਲ ਤੌਰ 'ਤੇ ਅਸੀਂ ਭਾਰਤ ਨੂੰ ਵੰਡਦੇ ਹਾਂ ਤਾਂ 5 ਚੀਜ਼ਾਂ ਮਿਲਦੀਆਂ ਨੇ। ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚੋਂ 29% ਜਿਹੜਾ ਇਲਾਕਾ ਉਹ ਸਾਨੂੰ ਮਾਊਂਟੇਨ ਪਹਾੜੀਆਂ ਦਾ ਇਲਾਕਾ ਮਿਲਦਾ ਭਾਰਤ ਵਿੱਚ। 28% ਇਲਾਕਾ ਭਾਰਤ ਦਾ ਪਠਾਰੀ ਇਲਾਕਾ, ਅਤੇ 43% ਇਲਾਕਾ ਜਿਹੜਾ ਆਉਂਦਾ ਸਾਥੀਓ ਉਹ ਪਲੇਨ ਏਰੀਆ, ਭਾਵ ਮੈਦਾਨੀ ਇਲਾਕਾ ਆਉਂਦਾ। ਤਾਂ ਧਿਆਨ ਰੱਖਣਾ, ਭਾਵ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਤਾਂ ਕੀ ਆਪਣੇ ਮੈਦਾਨੀ ਇਲਾਕਾ ਪਾਇਆ ਜਾਂਦਾ। ਅੱਗੇ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਮਾਊਂਟੇਨ ਏਰੀਏ ਦੀ। ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਕੁੱਲ 2500 ਕਿਲੋਮੀਟਰ ਲੰਬੀ ਇੱਕ ਸ਼੍ਰੰਖਲਾ ਚੱਲਦੀ ਆ, ਜੋ ਜੰਮੂ ਕਸ਼ਮੀਰ ਤੋਂ ਹੁੰਦੀ ਹੋਈ ਅਰੁਣਾਚਲ ਪ੍ਰਦੇਸ਼ ਤੱਕ ਵਗਦੀ ਹੈ ਸਾਥੀਓ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਤਰ੍ਹਾਂ ਦੇ ਇਹਦੇ ਵਿਚਕਾਰ ਸਾਨੂੰ ਲਾਈਨਾਂ, ਜੇ ਅਸੀਂ ਪੁਰਾਣਾ ਇਤਿਹਾਸ ਪੜ੍ਹੀਏ ਸਾਨੂੰ ਪਤਾ ਲੱਗਦਾ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਪੈਂਜੀਆ ਨਾਂ ਦਾ ਦੈਟ ਇਜ਼ ਕੀ ਹੁੰਦਾ ਸੀਗਾ, ਇੱਕ ਵੱਡਾ ਮਹਾਂਦੀਪ ਹੁੰਦਾ ਸੀ, ਜੋ ਅੱਗੇ ਜਾ ਕੇ ਅੰਗਾਰਲੈਂਡ ਅਤੇ ਗੌਂਡਵਾਨਾ ਲੈਂਡ 'ਚ ਟੁੱਟਿਆ। ਅਸੀਂ ਦੇਖਦੇ ਹਾਂ ਕਿ ਜਦੋਂ ਉਹ ਉੱਪਰ ਵੱਲ ਨੂੰ ਮੂਵ ਕੀਤਾ ਤਾਂ ਉਸ ਟਾਈਮ 'ਤੇ ਟਕਰਾਅ ਹੁੰਦਾ। 2 ਪਲੇਟਾਂ ਸੀਗੀਆਂ, ਇੱਕ ਤਾਂ ਆਪਣੀ ਜਿਹੜੀ ਪਲੇਟ ਆ ਉਹ ਕਿਹੜੀ ਹੈ, ਯੂਰੇਸ਼ੀਅਨ ਪਲੇਟ ਆ, ਜਿਹੜੀ ਦੈਟ ਇਜ਼ ਕਿ ਯੂਰੇਸ਼ੀਆ ਦੇ ਨਾਲ ਅਟੈਚ ਹੈਗੀ ਆ। ਤਾਂ ਅਸੀਂ ਦੇਖਦੇ ਹਾਂ ਕਿ ਉਹ ਯੂਰੇਸ਼ੀਅਨ ਪਲੇਟ ਜਦੋਂ ਚਾਈਨੀਜ਼ ਪਲੇਟ 'ਚ ਵੱਜਦੀ ਆ ਤਾਂ ਉਸ ਟਾਈਮ 'ਤੇ ਇੱਕ ਇਲਾਕਾ ਦੈਟ ਇਜ਼ ਕੀ ਹੈ ਪੈਦਾ ਹੁੰਦਾ। ਉਹ ਕਿਹੜਾ ਇਲਾਕਾ ਸਾਡਾ, ਇਟ ਇਜ਼ ਅ ਮਾਊਂਟੇਨ ਏਰੀਆ। ਜ਼ਿਆਦਾ ਡੀਪ ਨਾ ਜਾਂਦੇ ਹੋਏ ਆਪਾਂ ਅੱਗੇ ਵਧਦੇ ਹਾਂ। ਅਸੀਂ ਦੇਖਦੇ ਹਾਂ ਕਿਹੜਾ ਮਾਊਂਟੇਨ ਏਰੀਆ, ਤੁਸੀਂ ਦੇਖੋਗੇ ਤਾਂ ਜੰਮੂ ਕਸ਼ਮੀਰ ਤੋਂ ਆਏ ਤਾਂ ਸਾਨੂੰ 3 ਲਹਿਣਾ ਮਿਲਦੀਆਂ ਨੇ ਸਾਥੀਓ। ਤਾਂ 3 ਲਹਿਣਾ ਭਾਵ ਜਿਹੜੀਆਂ ਲੜੀਆਂ ਨੇ ਪਰਬਤ ਚੋਟੀਆਂ ਸਾਨੂੰ 3 ਲਹਿਣਾ ਦੇ ਵਿੱਚ ਮਿਲਦੀਆਂ ਨੇ। ਉਹਦੇ ਬੇਸ 'ਤੇ ਅਸੀਂ ਉਹਨੂੰ 3 ਭਾਗਾਂ ਦੇ ਵਿੱਚ ਸਾਥੀਓ ਵੰਡਦੇ ਹਾਂ। ਸਭ ਤੋਂ ਉੱਪਰਲਾ ਜਿਹੜਾ ਇਲਾਕਾ ਆ ਗਿਆ ਇਹਨੂੰ ਗ੍ਰੇਟਰ ਹਿਮਾਲਿਆ ਜਾਂ ਹਿਮਾਦਰੀ ਕਿਹਾ ਜਾਂਦਾ ਸਾਥੀਓ। ਅਸੀਂ ਦੇਖਦੇ ਹਾਂ ਜਿਹੜਾ ਉੱਪਰਲਾ ਇਲਾਕਾ ਇਹਨੂੰ ਗ੍ਰੇਟਰ ਹਿਮਾਲਿਆ ਜਾਂ ਹਿਮਾਦਰੀ ਕਹਿੰਦੇ ਨੇ। ਸਭ ਤੋਂ ਉੱਚੀਆਂ ਚੋਟੀਆਂ ਜਿਹੜੀਆਂ ਮਿਲਦੀਆਂ ਨੇ ਸਾਨੂੰ ਇਹ ਗ੍ਰੇਟਰ ਹਿਮਾਲਿਆ 'ਚ ਮਿਲਦੀਆਂ ਨੇ। ਤਾਂ ਬਿਲਕੁਲ ਉੱਤਰ ਵਾਲਾ ਜਿਹੜਾ ਇਲਾਕਾ ਆ ਗਿਆ ਹਿਮਾਲਿਆ ਦਾ, ਇਹ 'ਤੇ ਬਹੁਤ ਉੱਚੀਆਂ ਚੋਟੀਆਂ ਮਿਲਦੀਆਂ ਨੇ। ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ 6100 ਮੀਟਰ, ਯਾਦ ਰੱਖਣਾ ਵੈਲਿਊ, 6100 ਮੀਟਰ ਇਹਦੀ ਐਵਰੇਜ ਉਚਾਈ ਆ ਜਿਹੜੀਆਂ ਇਹਦੇ ਪਹਾੜੀਆਂ ਮਿਲਦੀਆਂ ਨੇ। ਮੋਸਟਲੀ ਬਾਕੀ ਪਹਾੜੀਆਂ ਤਾਂ ਉੱਚੀਆਂ ਪਹਾੜੀਆਂ ਨੇ। ਇੰਨੀਆਂ ਉੱਚੀਆਂ ਪਹਾੜੀਆਂ ਹੋਣ ਕਰਕੇ ਅਸੀਂ ਦੇਖਦੇ ਹਾਂ ਕਿ ਇੱਥੇ ਬਰਫ਼ ਨਾਲ ਢੱਕੀਆਂ ਰਹਿੰਦੀਆਂ ਨੇ। ਤਾਂ ਜਿੰਨੀਆਂ ਵੀ ਗਲੇਸ਼ੀਅਰ ਨਦੀਆਂ ਨਿਕਲਦੀਆਂ ਨੇ, ਭਾਵੇਂ ਉਹ ਗੰਗਾ ਹੋਈ, ਯਮੁਨਾ ਹੋਈ, ਬ੍ਰਹਮਪੁੱਤਰਾ ਹੋਈ, ਉਹ ਸਾਰੀਆਂ, ਅਲਕਨੰਦਾ ਹੋਈ, ਸਿੰਧ ਨਦੀ ਹੋਈ, ਉਹ ਸਾਰੀਆਂ ਨਦੀਆਂ ਇਹ ਜਿਹੜੀ ਗ੍ਰੇਟਰ ਹਿਮਾਦਰੀ ਭਾਗ ਆ ਗਿਆ, ਸਭ ਤੋਂ ਉੱਪਰਲੀ ਤਹਿ ਆ ਗਈ, ਉੱਥੋਂ ਸਾਨੂੰ ਕੀ ਆ ਮਿਲਦੀਆਂ ਨੇ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਉੱਚੀਆਂ ਚੋਟੀਆਂ ਇਹ ਇਕੱਲੇ ਭਾਰਤ ਵਿੱਚ ਨਹੀਂ, ਇਹ ਗ੍ਰੇਟਰ ਹਿਮਾਦਰੀਜ਼ ਜਿਹੜੀਆਂ ਹੈਗੀਆਂ ਨੇ ਇਹ ਸਾਨੂੰ ਨੇਪਾਲ 'ਚ ਵੀ ਦੇਖਣ ਨੂੰ ਮਿਲਦੀਆਂ ਨੇ, ਇਹ ਸਾਨੂੰ ਭਾਰਤ 'ਚ ਦੇਖਣ ਨੂੰ ਮਿਲਦੀਆਂ ਨੇ। ਸਭ ਤੋਂ ਉੱਚੀ ਚੋਟੀ ਜਿਹੜੀ ਇਹ ਗ੍ਰੇਟਰ ਹਿਮਾਦਰੀ ਜਾਂ ਗ੍ਰੇਟਰ ਹਿਮਾਲਿਆ ਦੇਖਣ ਨੂੰ ਮਿਲਦੀ ਆ ਉਹ ਹੈਗੀ ਹੈ ਐਵਰੈਸਟ, ਜਿਸ ਦੀ ਉਚਾਈ 8850 ਮੀਟਰ ਆ। ਅਤੇ ਅਸੀਂ ਦੇਖਦੇ ਹਾਂ ਕਿ ਇਹ ਨੇਪਾਲ ਦੇ ਵਿੱਚ ਪਾਈ ਜਾਂਦੀ ਹੈ। ਇਹ ਤੋਂ ਇਲਾਵਾ ਮਾਊਂਟਨ K2 ਗੋਡਵਿਨ ਆਸਟਨ, ਕੰਚਨਜੰਗਾ
ਸਿੱਕਮ ਦੇ ਵਿੱਚ ਪਾਈ ਜਾਂਦੀ ਹੈ ਸਾਥੀਓ। ਇਹ ਅਸਲ ਵਿੱਚ ਭਾਰਤ ਦੀ ਸਭ ਤੋਂ ਉੱਚੀ ਚੋਟੀ ਆ। ਉਂਝ ਭਾਰਤ ਦੀ ਸਭ ਤੋਂ ਉੱਚੀ ਚੋਟੀ ਮਾਊਂਟ K2 ਆ, ਪਰੰਤੂ ਇਹ POK ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਆ। ਐਕਚੁਅਲ ਦੇ ਵਿੱਚ ਜਿਹੜੀ ਚੋਟੀ ਭਾਰਤ ਵਿੱਚ ਪਾਈ ਜਾਂਦੀ ਆ ਉਹ ਕਿਹੜੀ ਹੈ? ਕੰਚਨਜੰਗਾ। ਇਸ ਤੋਂ ਇਲਾਵਾ ਲਹੋਤਸੇ, ਮਕਾਲੂ, ਧੌਲਾਗਿਰੀ, ਮਨਸਾਲੂ, ਨਾਂਗਾ ਪਰਬਤ, ਅੰਨਪੂਰਨਾ, ਇਹ ਵੀ ਚੋਟੀਆਂ ਬਹੁਤ ਉੱਚੀਆਂ ਚੋਟੀਆਂ ਨੇ ਜੋ ਕੀ 'ਚ ਮਿਲਦੀਆਂ ਨੇ? ਸਾਨੂੰ ਗ੍ਰੇਟਰ ਹਿਮਾਲਿਆ ਜਾਂ ਹਿਮਾਦਰੀ 'ਚ ਮਿਲਦੀਆਂ ਨੇ। ਸਾਥੀਓ ਜੇ ਅਸੀਂ ਅੱਗੇ ਚੱਲੀਏ, ਆਹ ਸਾਰਾ ਗ੍ਰੇਟਰ ਹਿਮਾਲਿਆ ਦੀ ਗੱਲ ਆ ਗਈ। 6100 ਕਿਲੋਮੀਟਰ ਸਾਰੀਆਂ ਪਹਾੜੀਆਂ ਦੇ ਵਿੱਚ ਦੀ ਨਿਕਲਦੀਆਂ ਨੇ, ਇਹਨਾਂ ਬਾਰੇ ਗੱਲਾਂ ਬਾਤਾਂ। ਦੂਜੀ ਜਿਹੜੀ ਚੋਟੀ ਮਿਲਦੀ ਆ ਜੋ ਵਿਚਕਾਰ ਵਾਲੀ ਆ, ਭਾਵ 3 ਲਾਈਨਾਂ 'ਚੋਂ ਜਿਹੜੀ ਵਿਚਕਾਰ ਵਾਲੀ ਇੱਕ ਲਾਈਨ ਮਿਲਦੀ ਆ ਸਾਨੂੰ, ਉਹਨੂੰ ਸਾਥੀਓ ਮਿਡਲ ਜਾਂ ਲੈਸਰ ਹਿਮਾਲਿਆ ਕਿਹਾ ਜਾਂਦਾ। ਇਹਨੂੰ ਹੀ ਹਿਮਾਚਲ ਵੀ ਕਹਿੰਦੇ ਨੇ। ਹਿਮਾਚਲ ਪ੍ਰਦੇਸ਼ ਤਾਂ ਇੱਕ ਸਟੇਟ ਆ, ਪਰੰਤੂ ਜਿਹੜੀ ਵਿਚਕਾਰਲੀ ਲਹਿਰ ਆ, ਵਿਚਕਾਰਲੀ ਇੱਕ ਲਾਈਨ ਜਾ ਰਹੀ ਆ ਚੋਟੀਆਂ ਦੀ, ਉਹਨੂੰ ਦੈਟ ਇਜ਼ ਕੀ ਕਹਿੰਦੇ ਨੇ? ਮਿਡਲ ਜਾਂ ਲੈਸਰ ਹਿਮਾਲਿਆ ਕਹਿੰਦੇ ਨੇ। ਇਹਦੇ ਵਿੱਚ ਚੋਟੀਆਂ ਉਨੀਆਂ ਉੱਚੀਆਂ ਨਹੀਂ ਮਿਲਦੀਆਂ। ਇੱਥੇ ਚੋਟੀਆਂ 3500 ਤੋਂ 4500 ਮੀਟਰ ਉੱਚੀਆਂ ਮਿਲਦੀਆਂ ਨੇ। ਅਸੀਂ ਦੇਖਦੇ ਹਾਂ ਕਿ ਇਹਨਾਂ ਚੋਟੀਆਂ ਦੇ ਵਿੱਚ ਇੱਕ ਰਸਤੇ ਬਣੇ ਹੋਏ ਨੇ। ਉਹ ਰਸਤਿਆਂ ਰਾਹੀਂ ਇਹ ਚੋਟੀਆਂ ਇੱਕ ਦੂਜੇ ਨਾਲ ਕਿਹਨੇ ਜੁੜੀਆਂ ਹੋਈਆਂ ਨੇ। ਕੁਦਰਤੀ ਰਸਤੇ ਨੇ, ਅਸੀਂ ਨਹੀਂ ਬਣਾਏ। ਤਾਂ ਇਹਨਾਂ ਰਸਤਿਆਂ ਜਿਨ੍ਹਾਂ ਨੂੰ ਦਰੇ ਕਿਹਾ ਜਾਂਦਾ, ਇਹਨਾਂ 'ਤੇ ਹਮੇਸ਼ਾ ਕੁਐਸਚਨ ਸਾਥੀਓ ਬਣਦਾ। ਤੁਸੀਂ ਮਾੜਾ ਜਿਹਾ ਕਾਪੀ 'ਤੇ ਨੋਟ ਕਰਨਾ ਆਪਣੇ ਕੋਲ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਦਰੇ ਜਿਵੇਂ ਕਾਰਾਕੋਰਮ ਦਰਾ, ਜੋਜੀਲਾ ਦਰਾ ਅਤੇ ਬੁਰਜਿਲਾ ਦਰਾ। ਕਾਰਾਕੋਰਮ, ਜੋਜੀਲਾ ਅਤੇ ਬੁਰਜਿਲਾ ਦਰਾ ਇਹ ਸਾਨੂੰ ਸਾਥੀਓ ਜੰਮੂ ਕਸ਼ਮੀਰ ਵਿੱਚ ਮਿਲਦੇ ਨੇ ਅਤੇ ਦਰੇ ਜੋੜਦੇ ਨੇ, ਕਿਹਨੂੰ ਜੋੜਦੇ ਨੇ? ਲੈਸਰ ਹਿਮਾਲਿਆ ਦੀਆਂ ਚੋਟੀਆਂ ਨੂੰ। ਤਾਂ ਕੁਐਸਚਨ ਇੱਦਾਂ ਹੀ ਬਣਦਾ ਕਿ ਲੈਸਰ ਹਿਮਾਲਿਆ ਚੋਟੀਆਂ ਨੂੰ ਕਿਸ ਨਾਲ ਜੋੜਿਆ ਜਾਂਦਾ। ਫਿਰ ਅਸੀਂ ਦੇਖਦੇ ਹਾਂ ਬਾਰਾਲਾਚਲਾ ਅਤੇ ਸ਼ਿਪਕੀਲਾ, ਇਹ ਦਰੇ ਮਿਲਦੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਥਾਗਲਾ, ਨੀਤੀਲਾ, ਲਿਪੂਲੇਖ ਇਹ ਸਾਨੂੰ ਮਿਲਦੇ ਨੇ ਉੱਤਰਾਖੰਡ ਦੇ ਵਿੱਚ। ਉੱਤਰਾਖੰਡ ਦੇ ਵਿੱਚ, ਉੱਤਰਾਂਚਲ ਦੇ ਵਿੱਚ ਸਾਨੂੰ ਇਹ ਦਰੇ ਮਿਲਦੇ ਨੇ। ਨਾਥੂਲਾ ਅਤੇ ਜਲੇਪਲਾ ਸਾਨੂੰ ਮਿਲਦਾ ਸਿੱਕਮ 'ਚ। ਪਟਕਾਈਬਮ ਅਤੇ ਬੋਮਡੀਲਾ ਇਹ ਸਾਨੂੰ ਮਿਲਦਾ ਅਰੁਣਾਚਲ ਪ੍ਰਦੇਸ਼ 'ਚ। ਤਾਂ ਇਹਨੂੰ ਆਪਣੀ ਕਾਪੀ 'ਤੇ ਨੋਟ ਕਰਨਾ। ਇਹ ਸਾਰੇ ਦਰਿਆਂ 'ਚੋਂ ਕੁਐਸਚਨ ਆਉਂਦੇ ਹੀ ਨੇ ਕਿ ਕਿਹੜਾ ਦਰਾ ਕਿੱਥੇ ਮਿਲਦਾ। ਮੇਨ ਦਰੇ ਫੇਰ ਬੋਲਦਾ, ਜੋਜੀਲਾ, ਬੁਰਜਿਲ ਇਹ ਯਾਦ ਰੱਖਣਾ ਜੰਮੂ ਕਸ਼ਮੀਰ 'ਚ ਆ। ਬਾਰਾਲਾਚਲਾ, ਸ਼ਿਪਕੀਲਾ ਹਿਮਾਚਲ ਪ੍ਰਦੇਸ਼ 'ਚ। ਥਾਗਲਾ, ਨੀਤੀਲਾ ਇਹ ਉੱਤਰਾਖੰਡ 'ਚ। ਨਾਥੂਲਾ, ਜਲੇਪਲਾ ਸਿੱਕਮ 'ਚ। ਪਟਕਾਈਬਮ ਅਰੁਣਾਚਲ ਪ੍ਰਦੇਸ਼ ਸਾਥੀਓ ਸਾਨੂੰ ਮਿਲਦਾ। ਇਹ ਸਾਰੇ ਯਾਦ ਕਰਨੇ ਨੇ। ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਦੈਟ ਇਜ਼ ਕੀ ਥਾਵਾਂ ਦੇਖਣਯੋਗ, ਜਿਵੇਂ ਕਿ ਕਾਂਗੜਾ ਵੈਲੀ ਹੋਈ, ਜਾਂ ਫਿਰ ਕਾਠਮਾਂਡੂ ਵੈਲੀ ਹੋਈ, ਜਾਂ ਫਿਰ ਸ਼ਿਮਲਾ, ਕੁੱਲੂ, ਮਨਾਲੀ, ਮਸੂਰੀ, ਨੈਨੀਤਾਲ, ਡਲਹੌਜੀ ਇਹ ਸਾਰੀਆਂ ਜਿਹੜੇ ਸ਼ਹਿਰ ਨੇ, ਘਾਟੀਆਂ ਨੇ, ਇਹ ਲੈਸਰ ਹਿਮਾਲਿਆ ਜਿਹੜਾ ਤੁਹਾਨੂੰ ਪੜ੍ਹਾਇਆ ਸੀਗਾ ਮਿਡਲ ਹਿਮਾਲਿਆ ਇਹਦੇ ਵਿੱਚ ਮਿਲਦੇ ਸਾਥੀਓ। ਤਾਂ ਇੱਥੇ ਹੀ ਲੋਕ ਘੁੰਮਣ ਜਾਂਦੇ ਨੇ। ਅਸੀਂ ਦੇਖਦੇ ਹਾਂ ਕਿ ਨਾਲ ਕਸ਼ਮੀਰ ਦੇ ਵਿੱਚ ਕਿਹੜਾ ਮਰਗ ਦਾ ਇਲਾਕਾ, ਅਸੀਂ ਕਹਿੰਦੇ ਗੁਲਮਰਗ, ਸੋਨਮਰਗ, ਤਾਨਮਰਗ, ਉਹ ਵੀ ਅਸਲ ਵਿੱਚ ਦੇ ਵਿੱਚ ਕੀ ਨੇ ਕਿ ਇਹਨਾਂ ਘਾਟੀਆਂ ਦੇ ਵਿਚਾਲੇ ਕੁਝ ਘਾਹ ਦੇ ਮੈਦਾਨ ਨੇ। ਉਹਨਾਂ ਘਾਹ ਦੇ ਮੈਦਾਨਾਂ ਨੂੰ ਮਰਗ ਕਹਿੰਦੇ ਨੇ। ਤਾਂ ਅਲੱਗ-ਅਲੱਗ ਨਾਮਾਂ 'ਤੇ ਉਹ ਮਰਗ ਦੇ ਨਾਂ ਰੱਖੇ ਹੋਏ ਨੇ। ਤਾਂ ਇਹ ਵੀ ਸਾਨੂੰ ਕੀ 'ਚ ਦੇਖਣ ਨੂੰ ਮਿਲਦੇ ਨੇ? ਮਿਡਲ ਹਿਮਾਲਿਆ 'ਚ ਦੇਖਣ ਨੂੰ ਮਿਲਦੇ ਨੇ। ਤੀਜੇ ਨੰਬਰ 'ਤੇ ਜੋ ਬਿਲਕੁਲ ਨੀਚੇ ਵਾਲਾ ਦੱਖਣ ਵਾਲੀ ਜਿਹੜੀ ਇੱਕ ਲਾਈਨ ਮਿਲਦੀ ਆ, ਇਹ ਪਹਿਲੀਆਂ ਲਾਈਨਾਂ ਨਾਲੋਂ ਵੀ ਭਾਵੇਂ ਇੱਥੇ ਚੋਟੀਆਂ ਮਿਲਦੀਆਂ ਨੇ ਜਿਨ੍ਹਾਂ ਦੀ ਉਚਾਈ ਪਹਿਲਾਂ ਵਾਲੀਆਂ ਨਾਲੋਂ ਵੀ ਘੱਟ ਆ। ਅਸੀਂ ਦੇਖਦੇ ਹਾਂ ਕਿ ਇਹਨਾਂ ਦੀਆਂ ਚੋਟੀਆਂ ਨੇ, ਇਹਨਾਂ ਦੀ ਜਸਟ ਉਚਾਈ 600 ਮੀਟਰ ਹੁੰਦੀ ਆ। ਆਮ ਤੌਰ 'ਤੇ ਇਹ ਚੋਟੀਆਂ ਜਿਹੜੀਆਂ ਹੈਗੀਆਂ ਨੇ ਉਹ ਪਲੇਟਾਂ ਦੇ ਟਕਰਾਉਣ ਨਾਲ ਨਹੀਂ ਬਣੀਆਂ। ਅਸਲ ਵਿੱਚ ਜਦੋਂ ਕੋਈ ਨਦੀ ਉੱਪਰੋਂ ਡਿੱਗਦੀ ਆ ਤਾਂ ਆਪਣੇ ਨਾਲ ਮਲਬਾ ਲੈ ਕੇ ਆਉਂਦੀ ਆ, ਤਾਂ ਉਹ ਮਲਬੇ ਨਾਲ ਇੱਕ ਪਹਾੜ ਬਣ ਗਏ। ਤਾਂ ਜਿਹੜੇ ਉਹ ਪਹਾੜ ਬਣੇ ਨੇ ਉਹਨਾਂ ਨੂੰ ਲੈਸਰ ਹਿਮਾਲਿਆ ਕਿਹਾ ਜਾਂਦਾ। ਇਹਨੂੰ ਸਾਊਦਰਨ ਹਿਮਾਲਿਆ ਵੀ ਕਹਿੰਦੇ ਨੇ, ਇਹਨਾਂ ਨੂੰ ਆਊਟਰ ਹਿਮਾਲਿਆ ਵੀ ਕਹਿੰਦੇ ਨੇ, ਅਤੇ ਬਹੁਤ ਵਧੀਆ ਨਾਲ ਇਹਨੂੰ ਸ਼ਿਵਾਲਿਕ ਕਿਹਾ ਜਾਂਦਾ। ਆਪਾਂ ਕਹਿੰਦੇ ਜਿਵੇਂ ਨੈਣਾ ਦੇਵੀ ਸ਼ਿਵਾਲਿਕ ਦੀਆਂ ਪਹਾੜੀਆਂ ਆਈਆਂ, ਤਾਂ ਇਹ ਉਹ ਹਿਮਾਲਿਆ ਪਰਬਤ ਨੇ ਜੋ ਬਹੁਤ ਨੀਵੇਂ ਨੇ, ਕਹਿਣ ਦਾ ਮਤਲਬ। ਤਾਂ ਨੀਵੇਂ ਹੋਣ ਕਰਕੇ ਅਤੇ ਨਦੀਆਂ ਦੁਆਰਾ ਕੱਟੇ ਹੋਏ ਨੇ, ਤਾਂ ਸਾਨੂੰ ਜ਼ਿਆਦਾ ਵਿਚਾਲੇ ਗੈਪ ਦੇਖਣ ਨੂੰ ਮਿਲਦੇ ਨੇ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਇਲਾਕਾ ਜਿਵੇਂ ਕਿ ਦੈਟ ਇਜ਼ ਕੀ ਆ, ਅਸੀਂ ਦੇਖਦੇ ਹਾਂ ਕਿ ਜਿਵੇਂ ਹਿਮਾਚਲ ਦਾ ਦੱਸ ਰਿਹਾ ਤੁਹਾਨੂੰ, ਜਿੱਥੇ ਆਪਣੇ ਦੇਵੀਆਂ ਨੇ ਸਾਰੀਆਂ, ਉਹ ਮੋਸਟਲੀ ਲੈਸਰ ਹਿਮਾਲਿਆ ਦੇ ਵਿੱਚ ਨੇ। ਜਾਂ ਫਿਰ ਅਸੀਂ ਦੇਖਦੇ ਹਾਂ ਕਿ ਉੱਤਰਾਖੰਡ ਦਾ ਜਿਹੜਾ ਹਿਮਾਚਲ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਦੇਹਰਾਦੂਨ ਆਉਂਦਾ, ਉਹ ਇਲਾਕਾ ਵੀ ਸਾਨੂੰ ਕੀ ਹੈ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਦੇਖਣ ਨੂੰ ਮਿਲਦਾ ਸਾਥੀਓ। ਤਾਂ ਮੁੱਖ ਤੌਰ 'ਤੇ ਅਸੀਂ ਦੇਖਦੇ ਹਾਂ ਕਿ 3 ਲੜੀਆਂ ਬਣਦੀਆਂ ਨੇ। ਪਹਿਲੀ ਕਿਹੜੀ ਹੈ? ਹਿਮਾਦਰੀ। ਦੂਜੀ ਕਿਹੜੀ ਹੈ? ਹਿਮਾਚਲ। ਤੀਜੀ ਹੈਗੀ ਹੈ ਸ਼ਿਵਾਲਿਕ। ਇਹਨਾਂ ਨੂੰ ਯਾਦ ਕਰਨਾ। ਇਹ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਚੌਥੀ ਤਰ੍ਹਾਂ ਦੀ ਵੀ ਚੋਟੀ ਸਾਨੂੰ ਦੇਖਣ ਨੂੰ ਮਿਲਦੀ ਆ। ਹਾਲਾਂਕਿ ਉਹ ਹਿਮਾਲਿਆ ਪਰਬਤ ਦਾ ਭਾਗ ਨਹੀਂ। ਹਿਮਾਲਿਆ ਦੇ ਬਣਨ ਤੋਂ ਪਹਿਲਾਂ ਹੀ ਸਾਨੂੰ ਇੱਕ ਦੈਟ ਇਜ਼ ਕੀ ਆ, ਜਿਵੇਂ
ਸਮਝਾਇਆ ਤੁਹਾਨੂੰ। ਆ 3 ਚੋਟੀਆਂ ਤਾਂ ਹੈਗੀਆਂ ਨੇ, ਇੱਕ ਇੱਥੇ ਚੋਟੀ ਵੀ ਦੇਖਣ ਨੂੰ ਮਿਲਦੀ ਆ। ਇੱਥੇ ਵੀ ਸਾਨੂੰ ਕੁਝ ਉੱਚੇ ਪਹਾੜ ਦੇਖਣ ਨੂੰ ਮਿਲਦੇ ਨੇ ਜੋ ਆ ਹਿਮਾਲਿਆ ਤੋਂ ਪਹਿਲਾਂ ਦੇ ਬਣੇ ਹੋਏ ਪਹਾੜ ਨੇ ਸਾਥੀਓ। ਪਰ ਪਹਿਲਾਂ ਬਣੇ ਹੋਏ ਨੇ, ਪਰ ਇਹਨਾਂ ਨੂੰ ਟਰਾਂਸ ਹਿਮਾਲਿਆ ਕਿਹਾ ਜਾਂਦਾ। ਅੱਜ ਅਸੀਂ ਇਹਨੂੰ ਇਹਦੇ ਵਿੱਚ ਹੀ ਕਾਊਂਟ ਕਰਦੇ ਹਾਂ, ਹਾਲਾਂਕਿ ਵਿੱਚ ਹੈ ਨਹੀਂ ਗੇ, ਇਹਨਾਂ ਨਾਲ ਲੈਣ ਦੇਣ ਨਹੀਂ ਹੈਗਾ, ਇਹ ਪਹਿਲਾਂ ਹੀ ਬਣੇ ਹੋਏ ਨੇ, ਪਰ ਇਹਨਾਂ ਨੂੰ ਟਰਾਂਸ ਹਿਮਾਲਿਆ ਕਿਹਾ ਜਾਂਦਾ। ਇਹ ਮੁੱਖ ਤੌਰ 'ਤੇ ਅਸੀਂ ਦੇਖਦੇ ਹਾਂ ਜਿਵੇਂ ਕਿ ਇੱਧਰੋਂ ਚੀਨ, ਪਾਕਿਸਤਾਨ ਅਤੇ ਭਾਰਤ ਮੁੱਖ ਤੌਰ 'ਤੇ ਬਾਉਂਡਰੀ ਬਣਾਉਂਦੇ ਨੇ। ਚੀਨ, ਪਾਕਿਸਤਾਨ ਅਤੇ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਚਾਈਨਾ, ਤੁਰਕਮੇਨਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਤੱਕ ਦਾ ਡਿਸਕੀ ਨੇ ਇਹ ਚੋਟੀ ਚਲੀ ਜਾਂਦੀ ਸਾਥੀਓ। ਤਾਂ ਮੁੱਖ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਇੰਨੇ ਤਰ੍ਹਾਂ ਦੇ ਸਾਨੂੰ ਕੀ ਦੇਖਣ ਨੂੰ ਮਿਲਦੇ ਨੇ, ਪਹਾੜ ਦੇਖਣ ਨੂੰ ਮਿਲਦੇ ਨੇ, ਮੈਦਾਨ ਦੇਖਣ ਨੂੰ, ਪਹਾੜ ਦੇਖਣ ਨੂੰ ਮਿਲਦੇ ਨੇ ਸਾਥੀਓ। ਅਸੀਂ ਦੇਖਦੇ ਹਾਂ ਇਹ ਤੋਂ ਇਲਾਵਾ ਸਾਨੂੰ ਕੁਝ ਕੁ ਪਹਾੜ, ਕਿਉਂਕਿ ਇਹ ਜਿਹੜੀ ਲੜੀ ਆ ਨਾ, ਇਹ ਜਾਂਦੀ ਅੱਗੇ ਜਾ ਕੇ ਪੂਰਬੀ ਭਾਰਤ ਜਿਹੜਾ ਆਉਂਦਾ ਉੱਥੇ ਵੀ ਦੇਖਣ ਨੂੰ ਮਿਲਦੀ ਆ। ਅਸੀਂ ਉੱਥੇ ਵੀ ਸਾਨੂੰ ਬਹੁਤ ਸਾਰੀਆਂ ਉੱਚੀਆਂ ਚੋਟੀਆਂ ਜਿਵੇਂ ਕਿ ਪਟਕਾਈ-ਬੁਮ ਪਹਾੜੀਆਂ, ਨਾਗਾ ਹਿੱਲ, ਬਰਾਇਲ ਹਿਲਜ਼, ਮਨੀਪੁਰ ਹਿਲਜ਼, ਮੀਜ਼ੋ ਹਿਲਜ਼, ਇਹ ਵੀ ਸਾਨੂੰ ਦੈਟ ਇਜ਼ ਕਿ ਦੇਖਣ ਨੂੰ ਮਿਲਦੀਆਂ ਨੇ। ਇੱਕ ਇਹ ਰੱਖਣਾ ਜਿਹੜੀਆਂ ਇੱਕ ਬਰਾਇਲ ਪਹਾੜੀਆਂ ਨੇ, ਇਹ ਕੁਐਸਚਨ ਆਇਆ ਸੀ ਵੀ ਕਿੱਥੇ ਨੇ, ਅਤੇ ਮਣੀਪੁਰ ਦੇ ਵਿੱਚ ਪਾਈਆਂ ਜਾਂਦੀਆਂ ਨੇ। ਉਵੇਂ 3 ਪਹਾੜੀਆਂ ਤੁਸੀਂ ਯਾਦ ਰੱਖਣੀਆਂ, ਬਹੁਤ ਇੰਪੋਰਟੈਂਟ ਆ। ਗਾਰੋ, ਖਾਸੀ ਅਤੇ ਜੈਤੀਆ, ਇਹ ਵੀ ਪਹਾੜੀਆਂ ਦੇ ਨਾਂ ਨੇ ਜੋ ਹਿਮਾਲਿਆ ਪਰਬਤ ਦੀਆਂ ਹੀ ਪਹਾੜੀਆਂ ਨੇ, ਪਰ ਇਹ ਮਿਲਦੀਆਂ ਕਿਹੜੇ ਸਟੇਟ 'ਚ ਨੇ? ਮੇਘਾਲਿਆ ਦੇ ਵਿੱਚ ਮਿਲਦੀਆਂ ਨੇ ਸਾਥੀਓ, ਯਾਦ ਰੱਖਣ ਦੀ ਕੋਸ਼ਿਸ਼ ਕਰਨੀ। ਆਓ ਅੱਗੇ ਚੱਲਦੇ ਹਾਂ। ਦੂਜੇ ਨੰਬਰ 'ਤੇ ਭਾਰਤ ਨੂੰ ਵੰਡਿਆ ਹੋਇਆ ਹੈਗਾ ਪਲੇਨ, ਭਾਵ ਮੈਦਾਨੀ ਇਲਾਕਿਆਂ 'ਚ। ਅਸੀਂ ਦੇਖਦੇ ਹਾਂ ਕਿ ਜਦੋਂ ਹੀ ਪਹਾੜ ਖਤਮ ਹੁੰਦੇ ਨੇ ਤਾਂ ਨਾਲ ਮੈਦਾਨੀ ਇਲਾਕਾ ਸਾਥੀਓ ਸਟਾਰਟ ਹੋ ਜਾਂਦਾ ਹੈਗਾ। ਅਸੀਂ ਦੇਖਦੇ ਹਾਂ ਕਿ ਪੰਜਾਬ ਨਾਲ ਲੱਗਦਾ ਹਰਿਆਣਾ, ਨਾਲ ਲੱਗਦਾ ਯੂਪੀ, ਬਿਲਕੁਲ ਉਹ ਹਿਮਾਲਿਆ ਪਰਬਤ ਦੇ ਹੇਠਲੇ ਇਲਾਕਾ ਚੱਕੋ, ਯੂਪੀ ਦਾ ਇਲਾਕਾ, ਬਿਹਾਰ ਦਾ ਇਲਾਕਾ, ਪੱਛਮੀ ਬੰਗਾਲ ਦਾ ਇਲਾਕਾ, ਅਸਾਮ ਦਾ ਇਲਾਕਾ, ਤਾਂ ਉਹਨਾਂ ਨਦੀਆਂ ਦੁਆਰਾ ਜਿਹੜੀ ਮਿੱਟੀ ਲਿਆਂਦੀ ਗਈ, ਉਹ ਵਿਛਾਈ ਗਈ, ਉਹਨਾਂ ਦੁਆਰਾ ਅਸੀਂ ਦੇਖਦੇ ਹਾਂ ਕਿ ਸਾਨੂੰ ਕੀ ਦੇਖਣ ਨੂੰ ਮਿਲਦਾ ਹੈਗਾ? ਪਲੇਨ ਦਾ ਏਰੀਆ ਦੇਖਣ ਨੂੰ ਸਾਥੀਓ ਮਿਲਦਾ। ਅਸੀਂ ਦੇਖਦੇ ਹਾਂ ਕਿ ਮੁੱਖ ਤੌਰ 'ਤੇ ਜਿਹੜਾ ਪਲੇਨ ਦਾ ਏਰੀਆ, ਭਾਵ ਜਿਹੜਾ ਮੈਦਾਨੀ ਇਲਾਕਾ ਹੁੰਦਾ ਗਾ, ਇਹਨੂੰ 4 ਭਾਗਾਂ 'ਚ ਵੰਡਿਆ ਜਾਂਦਾ। ਕਿਹੜੇ? ਇੱਕ ਹੁੰਦੇ ਨੇ ਭਵਰ ਮੈਦਾਨ, ਇੱਕ ਹੁੰਦੇ ਨੇ ਤਰਾਈ ਦੇ ਮੈਦਾਨ, ਇੱਕ ਹੁੰਦੇ ਨੇ ਬਾਂਗਰ ਦੇ ਮੈਦਾਨ, ਇੱਕ ਹੁੰਦੇ ਨੇ ਖਾਦਰ ਦੇ ਮੈਦਾਨ। ਚਾਰੇ ਕਿਸਮਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਥੀਓ। 4 ਤਰ੍ਹਾਂ ਦੇ ਵਿੱਚ ਅਸੀਂ ਮੈਦਾਨਾਂ ਨੂੰ ਵੰਡਦੇ, ਪਰ ਮੈਦਾਨ 4 ਤਰ੍ਹਾਂ ਦੇ ਹੁੰਦੇ ਨੇ, ਭਵਰ, ਤਰਾਈ, ਬਾਂਗਰ ਅਤੇ ਖਾਦਰ ਦੇ ਮੈਦਾਨ ਸਾਥੀਓ। ਕੀ ਹੁੰਦਾ ਭਵਰ, ਤਰਾਈ? ਸਾਨੂੰ ਪਤਾ, ਸਪੋਜ਼ ਕਰੋ ਸਾਡੇ ਕੋਲ ਆ ਕੋਈ ਪਹਾੜੀ ਆ, ਪਹਾੜੀ ਤੋਂ ਉੱਪਰਲੇ ਪਾਸੇ ਦੈਟ ਇਜ਼ ਕਿ ਕੋਈ ਨਦੀ ਵਹਿ ਰਹੀ ਆ। ਹੁਣ ਇੱਥੇ ਆ ਕੇ ਪਹਾੜੀ ਖਤਮ ਹੋ ਗਈ ਨਾ, ਤਾਂ ਨਦੀ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ। ਜਦੋਂ ਨਦੀ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਤਾਂ ਇੰਨੀ ਸਪੀਡ ਨਾਲ, ਹੁਣ ਜਿਵੇਂ ਮੰਨ ਲਓ ਕੋਈ ਚੀਜ਼ ਉੱਤੋਂ ਡਿੱਗੀ ਆਉਂਦੀ ਆ, ਤਾਂ ਉਹ ਪਾਣੀ ਇੱਕ ਵਾਰੀ ਕੀ ਹੋਊਗਾ, ਥੱਲੇ ਧੱਸ ਜਾਂਦਾ। ਭਾਵ ਜਦੋਂ ਡਿੱਗੂਗਾ ਬਹੁਤ ਤੇਜ਼ੀ ਨਾਲ ਡਿੱਗੂ ਤਾਂ ਮਿੱਟੀ ਪੱਟ ਦੂਗਾ। ਇੱਥੋਂ ਮਿੱਟੀ ਪੱਟ ਕੇ ਅਸੀਂ ਦੇਖਦੇ ਹਾਂ ਕਿ ਇੱਥੇ ਇੱਕ ਦਲਦਲ ਜੀ ਬਣ ਜਾਂਦੀ ਆ, ਦੈਟ ਇਜ਼ ਕੀ ਆ, ਉਹਦੇ ਵਿੱਚ ਹੀ ਪਾਣੀ ਸੁੱਕੀ ਜਾਂਦਾ ਗਾ। ਜਿਹੜਾ ਇਹੋ ਜਿਹਾ ਮੈਦਾਨ ਬਣ ਗਿਆ, ਇਹੋ ਜਿਹੇ ਮੈਦਾਨਾਂ ਨੂੰ ਭਵਰ ਦੇ ਮੈਦਾਨ ਕਿਹਾ ਜਾਂਦਾ ਸਾਥੀਓ। ਜਿੱਥੇ ਚੋਟੀਆਂ ਖਤਮ ਹੁੰਦੀਆਂ ਨੇ, ਭਾਵ ਹਿਮਾਲਿਆ ਪਰਬਤ ਖਤਮ ਹੁੰਦੇ ਨੇ, ਬਿਲਕੁਲ ਉਹਦੇ ਨਾਲ ਸਾਨੂੰ ਇਹ ਮੈਦਾਨ ਦੇਖਣ ਨੂੰ ਮਿਲਦੇ ਨੇ। ਜਿਵੇਂ ਤੁਸੀਂ ਦੇਖਿਆ ਹੋਣਾ ਆਪਣੇ ਪਠਾਨਕੋਟ ਦਾ ਇਲਾਕਾ, ਪਠਾਨਕੋਟ ਦਾ ਇਲਾਕਾ ਜ਼ਿਆਦਾਤਰ ਖੇਤੀਬਾੜੀ ਵਾਸਤੇ ਵਧੀਆ ਨਹੀਂ ਹੈਗਾ। ਕਾਰਨ ਕੀ ਆ? ਉਹਦੀ ਕਾਰਨ ਇਹੀ ਆ ਕਿ ਉੱਥੇ ਦੈਟ ਇਜ਼ ਕੀ ਆ, ਪਹਾੜਾਂ ਕੀ ਹੋ ਗਏ, ਖਤਮ ਹੋ ਗਏ। ਇੱਦਾਂ ਹੀ ਸਾਥੀਓ ਜਦੋਂ ਇਹ ਨਦੀ ਹੁਣ ਮੰਨ ਲਓ ਡਿੱਗ ਪਈ ਤਾਂ ਇਹ ਭਵਰ ਦੇ ਮੈਦਾਨ ਬਣ ਗਏ। ਮੈਂ ਤੁਹਾਨੂੰ ਦੱਸਿਆ ਵੀ ਇੱਥੇ ਖੇਤੀਬਾੜੀ ਨਹੀਂ ਹੋ ਸਕਦੀ, ਤਾਂ ਬਹੁਤ ਦਲਦਲੀ ਜਿਹਾ ਇਲਾਕਾ ਹੁੰਦਾ ਗਾ। ਨਦੀ ਕਿਹੜੇ ਪਾਸੇ ਮੂਵ ਕਰ ਰਹੀ ਆ ਕੁਝ ਨਹੀਂ ਪਤਾ ਲੱਗਦਾ। ਅੱਗੇ ਚੱਲਦੇ ਸਾਥੀਓ, ਹੁਣ ਨਦੀ ਇੱਥੇ ਡੁੱਬੀ, ਇੱਥੋਂ ਹੌਲੀ ਹੌਲੀ ਵਿੱਚ ਥੱਲੋਂ ਧਰਤੀ ਦੀ ਨਿਕਲਦੀ ਇੱਥੇ ਕਿ ਦਿਖਣੀ ਸਟਾਰਟ ਹੋ ਗਈ। ਜਿੱਥੇ ਨਦੀ ਹੁਣ ਦਿਖਣੀ ਸਟਾਰਟ ਹੋ ਗਈ ਤਾਂ ਉਹਦੇ ਨਾਲ ਉਹ ਜਿਹੜੀ ਮਿੱਟੀ ਲਿਆਂਦੀ ਸੀ ਉਹਨੂੰ ਕੀ ਵਿਛਾਉਣਾ ਸਟਾਰਟ ਕਰ ਦੂਗੀ। ਇਹ ਮੈਦਾਨਾਂ ਨੂੰ ਤਰਾਈ ਦੇ ਮੈਦਾਨ ਕਿਹਾ ਜਾਂਦਾ। ਤਾਂ ਜਿੱਥੋਂ ਨਦੀ ਪਹਿਲਾਂ ਡਿੱਗੀ ਉਹ ਕੀ ਬਣ ਗਿਆ, ਭਵਰ। ਜਿੱਥੋਂ ਨਿਕਲੀ ਅੱਗੇ ਜਾ ਕੇ ਉਹਨੂੰ ਅਸੀਂ ਤਰਾਈ ਦੇ ਮੈਦਾਨ ਸਾਥੀਓ ਕਹਿੰਦੇ ਆ। ਇਹ ਵੀ ਤਰਾਈ ਦੇ ਮੈਦਾਨ, ਕਿਉਂਕਿ ਨਦੀ ਨੇ ਹਜੇ ਪ੍ਰੋਪਰ ਸ਼ੇਪ ਨਹੀਂ ਲਈ ਹੁੰਦੀ, ਤਾਂ ਕਰਕੇ ਅਸੀਂ ਦੇਖਦੇ ਹਾਂ ਕਿ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ, ਤਾਂ ਸਾਨੂੰ ਵੱਡੇ ਜੰਗਲ ਦੇਖਣ ਨੂੰ ਮਿਲਦੇ ਨੇ। ਇੱਥੇ ਸਾਨੂੰ ਬਹੁਤ ਜ਼ਿਆਦਾ ਜੰਗਲੀ ਜੀਵ ਦੇਖਣ ਨੂੰ ਮਿਲਦੇ ਨੇ, ਅਤੇ ਨਾਲ 'ਚ ਮਲੇਰੀਆ ਵਰਗਾ ਕਲਾਈਮੇਟ, ਮੱਛਰਾਂ ਦੀ ਵੀ ਵੱਡੀ ਗਿਣਤੀ ਹੁੰਦੀ ਆ। ਤਾਂ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਦਾ। ਖੇਤੀਬਾੜੀ ਵਾਸਤੇ ਭਾਵੇਂ ਵਧੀਆ ਨਾ ਹੋਵੇ, ਪਰੰਤੂ ਵਾਤਾਵਰਨ ਵਾਸਤੇ ਇਹ ਤਰਾਈ ਦਾ ਮੈਦਾਨ ਬਹੁਤ ਵਧੀਆ ਹੁੰਦਾ, ਕਿਉਂਕਿ ਇਹ ਮਿੱਟੀ ਵਿੱਚ ਮਿੱਟੀ ਵੀ ਹੈ ਅਤੇ ਪਾਣੀ ਵੀ ਹੈ। ਤਾਂ ਦੋਵੇਂ ਤਰ੍ਹਾਂ ਦੇ ਜੀਵ, ਜਿਵੇਂ ਬਹੁਤ ਸਾਰੀਆਂ ਮੱਛੀਆਂ, ਬਹੁਤ ਸਾਰੇ ਤਰ੍ਹਾਂ ਦੇ ਜਾਨਵਰ ਜੋ ਪਾਣੀ 'ਚ ਵੀ ਰਹਿ ਸਕਦੇ ਹੋਣ, ਜੋ ਧਰਤੀ 'ਤੇ ਵੀ ਰਹਿ ਸਕਦੇ ਹੋਣ, ਇਹੋ ਜਿਹੇ ਮੈਦਾਨ ਸਾਨੂੰ ਸਾਥੀਓ ਇਹੋ ਜਿਹੇ ਮੈਦਾਨਾਂ 'ਚ ਦੇਖਣ ਨੂੰ ਮਿਲਦੇ ਨੇ। ਹੁਣ ਸਾਥੀਓ ਨਦੀ ਦੈਟ ਇਜ਼ ਕੀ ਬਹਿਣਾ ਕੀ ਕਰ ਗਈ, ਸਟਾਰਟ ਕਰ ਗਈ। ਹੁਣ ਜਦੋਂ ਨਦੀ ਬਹੀ ਤਾਂ ਨਾਲ ਜਿਹੜੀ ਲਿਆਂਦੀ ਮਿੱਟੀ ਆ
ਉਹਨੂੰ ਇੱਕ ਸਾਈਡ 'ਤੇ ਵਿਛਾਉਣਾ ਕੀ ਕਰਨ ਦੀ ਹੈ, ਸਟਾਰਟ ਕਰਨ ਦੀ ਆ। ਆਹ ਜਿਹੜੀ ਮਿੱਟੀ ਇੱਕ ਸਾਈਡ 'ਤੇ ਵਿਛਾ ਰਹੀ ਆ, ਅਸੀਂ ਕਹਾਂਗੇ ਨਵੀਂ ਮਿੱਟੀ ਆ। ਨਵੀਂ ਮਿੱਟੀ ਦੇ ਮੈਦਾਨਾਂ ਨੂੰ ਖਾਦਰ ਦੇ ਮੈਦਾਨ ਕਿਹਾ ਜਾਂਦਾ ਸਾਥੀਓ। ਅਤੇ ਨਾਲ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਇਹ ਹੁਣ 5 ਸਾਲ 10 ਸਾਲ 20 ਸਾਲ 30 ਸਾਲ ਇਹ ਮੈਦਾਨ ਦੈਟ ਇਜ਼ ਕੀ ਹੋਣ ਲੱਗ ਜਾਣਗੇ, ਮਿੱਟੀ ਪੁਰਾਣੀ ਹੋਣ ਲੱਗ ਜੂ। ਜਦੋਂ ਇਹ ਮਿੱਟੀ ਪੁਰਾਣੀ ਹੋਣ ਲੱਗ ਗਈ ਤਾਂ ਇਹੀ ਮੈਦਾਨ ਨੂੰ ਬਾਂਗਰ ਦੇ ਮੈਦਾਨ ਕਹਿੰਦੇ ਨੇ। ਅਸੀਂ ਦੇਖਦੇ ਹਾਂ ਕਿ ਹਰਿਆਣੇ ਨੂੰ ਬਾਂਗਰ ਦਾ ਇਲਾਕਾ ਕਹਿੰਦੇ ਨੇ, ਕਿਉਂਕਿ ਹਰਿਆਣੇ 'ਚ ਪੁਰਾਣੇ ਸਮੇਂ ਨਦੀਆਂ ਵਗਦੀਆਂ ਸੀਗੀਆਂ ਬਹੁਤ। ਸਰਸਵਤੀ ਨਦੀ, ਘੱਗਰ ਨਦੀ, ਬਹੁਤ ਵੱਡੀਆਂ ਨਦੀਆਂ ਵਗਦੀਆਂ ਸੀ, ਪਰੰਤੂ ਹੌਲੀ ਹੌਲੀ ਰਸਤਾ ਬਦਲ ਲਿਆ। ਤਾਂ ਹੁਣ ਜਿਹੜੀ ਮਿੱਟੀ ਉਹਨਾਂ ਦੁਆਰਾ ਲਿਆਂਦੀ ਗਈ ਸੀ ਕਿ ਉਹ ਮਿੱਟੀ ਪੁਰਾਣੀ ਹੋ ਗਈ, ਤਾਂ ਉਹ ਮਿੱਟੀ ਨੂੰ ਕੀ ਕਿਹਾ ਜਾਂਦਾ ਹੈਗਾ, ਬਾਂਗਰ ਮਿੱਟੀ ਕਿਹਾ ਜਾਂਦਾ। ਪਰੰਤੂ ਪੰਜਾਬ ਦੀਆਂ ਮਿੱਟੀਆਂ ਅੱਜ ਵੀ ਪੰਜਾਬ 'ਚ ਬਹਿ ਰਹੀਆਂ ਨੇ, ਨਦੀਆਂ ਬਹਿ ਰਹੀਆਂ ਨੇ, ਸਤਲੁਜ, ਬਿਆਸ, ਰਾਵੀ, ਝਨਾਬ, ਜੇਹਲਮ, ਇਹ ਬਹਿੰਦੀਆਂ ਨੇ। ਤਾਂ ਇਹਨਾਂ ਦੁਆਰਾ ਜਿਹੜੀ ਮਿੱਟੀ ਲਿਆਂਦੀ ਜਾਂਦੀ ਆ ਉਹ ਨਵੀਂ ਮਿੱਟੀ ਆ ਕਹਿਣ ਦਾ ਮਤਲਬ। ਤਾਂ ਪੰਜਾਬ ਦੇ ਮੈਦਾਨਾਂ ਨੂੰ ਖਾਦਰ ਦੇ ਮੈਦਾਨ ਸਾਥੀਓ ਕਿਹਾ ਜਾਂਦਾ। ਮੇਨ ਤਾਂ 4 ਤਰ੍ਹਾਂ ਦਾ ਹੁੰਦਾ। ਐਂਡ 'ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਨਦੀ ਕਿਸੇ ਸਮੁੰਦਰ ਵਿੱਚ ਡਿੱਗਦੀ ਆ ਤਾਂ ਉਸ ਟਾਈਮ 'ਤੇ ਵੀ ਬਹੁਤ ਜ਼ਿਆਦਾ ਦੈਟ ਇਜ਼ ਕਿ ਮਿੱਟੀ ਉਸ ਦੁਬਾਰਾ ਉਹ ਸਮੁੰਦਰ ਦੇ ਕੰਢੇ 'ਤੇ ਵਿਛਾਈ ਜਾਂਦੀ ਆ। ਜਿਹੜਾ ਇਹੋ ਜਿਹਾ ਮੈਦਾਨ ਬਣੂਗਾ ਉਹ ਮੈਦਾਨ ਨੂੰ ਡੈਲਟਾ ਦਾ ਮੈਦਾਨ ਕਿਹਾ ਜਾਊ ਸਾਥੀਓ। ਤਾਂ ਉਹ ਕਿਹੜਾ ਮੈਦਾਨ ਆ, ਡੈਲਟਿਕ ਮੈਦਾਨ ਆ। ਅਸੀਂ ਦੇਖਦੇ ਹਾਂ ਕਿ ਸੁੰਦਰਬਨ ਦਾ ਡੈਲਟਾ ਸਭ ਤੋਂ ਵੱਡਾ ਡੈਲਟਾ ਭਾਰਤ ਦਾ ਅਤੇ ਦੁਨੀਆ ਦਾ, ਉਹ ਗੰਗਾ ਅਤੇ ਬ੍ਰਹਮਪੁੱਤਰਾ ਨਦੀ ਦੁਆਰਾ ਬਣਾਇਆ ਜਾਂਦਾ। ਉਹ ਕਿਹਦੇ ਵਿੱਚ ਆ ਸਾਥੀਓ, ਭਾਰਤ ਵਿੱਚ ਆ। ਭਾਰਤ ਅਤੇ ਬੰਗਲਾਦੇਸ਼ ਵਿੱਚ ਸਾਨੂੰ ਸੁੰਦਰਬਨ ਡੈਲਟਾ ਦੇਖਣ ਨੂੰ ਮਿਲਦਾ। ਤਾਂ ਸਾਥੀਓ ਮੁੱਖ ਤੌਰ 'ਤੇ ਤਾਂ ਮੈਦਾਨ ਇੱਦਾਂ ਹੀ ਨੇ, ਪਰ ਜੇ ਤੁਸੀਂ ਉਂਝ ਸਟੇਟ ਵਾਈਜ਼ ਪੜ੍ਹੋ ਤਾਂ ਅਸੀਂ ਦੇਖਦੇ ਹਾਂ ਕਿ ਮੈਦਾਨਾਂ ਨੂੰ ਵੰਡਦੇ ਹਾਂ ਅਸੀਂ। ਜਿਵੇਂ ਰਾਜਸਥਾਨ ਦੇ ਮੈਦਾਨ ਅਸੀਂ ਦੇਖਦੇ ਹਾਂ ਕਿ ਰਾਜਸਥਾਨ ਦੇ ਜਿਹੜੇ ਮੈਦਾਨ ਨੇ ਉਹ ਅਰਾਵਲੀ ਪਹਾੜੀਆਂ ਤੋਂ ਸਟਾਰਟ ਹੋ ਜਾਂਦੇ ਨੇ। ਅਰਾਵਲੀ ਪਹਾੜੀਆਂ ਸਟਾਰਟ ਹੁੰਦੇ ਹੁੰਦੇ ਇਹ ਪੰਜਾਬ ਤੱਕ, ਹਨੂੰਮਾਨਗੜ੍ਹ ਦੇ ਇਲਾਕੇ ਤੱਕ ਕੀ ਆ ਪਹੁੰਚਦੇ ਨੇ। ਅਸੀਂ ਦੇਖਦੇ ਹਾਂ ਕਿ ਜਿਹੜੀ ਮਿੱਟੀ ਹੁੰਦੀ ਹੈ ਇਹਨੂੰ ਮਾਰੂਥਲੀ ਮਿੱਟੀ, ਤਾਂ ਜਿਹੜਾ ਇਹ ਰਾਜਸਥਾਨ ਦਾ ਮੈਦਾਨੀ ਇਲਾਕਾ ਇਹਨੂੰ ਮਾਰਵਾੜ ਦਾ ਮੈਦਾਨ ਵੀ ਦੈਟ ਇਜ਼ ਕੀ ਕਿਹਾ ਜਾਂਦਾ। ਜ਼ਿਆਦਾ ਇਹ ਖੇਤੀ ਵਾਸਤੇ ਵਧੀਆ ਨਹੀਂ ਹੁੰਦਾ ਕਿਉਂਕਿ ਇਹਦੀ ਮਿੱਟੀ ਬਹੁਤ ਪੁਰਾਣੀ ਆ। ਅਸੀਂ ਦੇਖਦੇ ਹਾਂ ਇੱਕੋ ਹੀ ਨਦੀ, ਮੁੱਖ ਨਦੀ ਆ ਜਿਹੜੀ ਰਾਜਸਥਾਨ 'ਚ ਵਹਿੰਦੀ ਆ, ਉਹਦਾ ਨਾਂ ਹੈਗਾ ਲੂਨੀ। ਲੂਨੀ ਨਦੀ ਰਾਜਸਥਾਨ ਦੀ ਮੇਨ ਨਦੀ ਵਹਿੰਦੀ ਆ, ਪਰੰਤੂ ਇਹ ਵੀ ਰਾਹ 'ਚ ਹੀ ਖਤਮ ਹੋ ਜਾਂਦੀ ਆ। ਕੁਐਸਚਨ ਉਹ ਵੀ ਕਿਹੜੀ ਨਦੀ ਆ ਜਿਹਦਾ ਪਾਣੀ ਕਿਸੇ ਸਮੁੰਦਰ ਜਾਂ ਨਦੀ 'ਚ ਨਹੀਂ ਡਿੱਗਦਾ, ਤਾਂ ਉੱਤਰ ਕੀ ਹੈ, ਲੂਨੀ ਨਦੀ ਦਾ। ਕਾਰਨ ਕੀ ਹੈਗਾ, ਕਿਉਂਕਿ ਨਦੀ ਜਦੋਂ ਵਗਦੀ ਆ ਤਾਂ ਬਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ, ਜਿਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਸਾਰਾ ਦਾ ਸਾਰਾ ਪਾਣੀ ਉਹ ਰਾਹ 'ਚ ਹੀ ਬਾਸ਼ਪੀਕਰਨ ਵੈਪੋਰੇਟ ਹੋ ਜਾਂਦਾ, ਤਾਂ ਕੁਝ ਬਚਦਾ ਨਹੀਂ। ਤਾਂ ਅਸੀਂ ਦੇਖਦੇ ਹਾਂ ਕਿ ਲੂਨੀ ਨਦੀ ਜਿਹੜੀ ਹੈਗੀ ਆ ਉਹ ਦੈਟ ਇਜ਼ ਕੀ ਆ, ਇੱਕੋ ਇੱਕ ਨਦੀ ਆ ਜਿਹੜੀ ਕਿਸੇ ਪਾਸੇ ਜਾ ਕੇ ਨਹੀਂ ਡਿੱਗਦੀ। ਫਿਰ ਸਾਡੇ ਪੰਜਾਬ ਦੇ ਮੈਦਾਨ ਆ ਗਏ ਸਾਥੀਓ। ਇਹ ਇੰਡਸ ਨਦੀ ਤੋਂ ਲੈ ਕੇ, ਸਿੰਧ ਨਦੀ ਤੋਂ ਲੈ ਕੇ ਅਸੀਂ ਦੇਖਦੇ ਹਾਂ ਕਿ ਸਤਲੁਜ, ਬਿਆਸ, ਰਾਵੀ, ਝਨਾਬ, ਜੇਹਲਮ ਤੋਂ ਮਿਲ ਕੇ ਸਾਥੀਓ ਬਣੇ ਹੋਏ ਨੇ। ਇਹਦੀ ਜਿਹੜੀ ਐਂਡ ਪੁਆਇੰਟ ਦਿੱਲੀ ਤੱਕ ਆ। ਤਾਂ ਪੰਜਾਬ ਤੋਂ ਸਟਾਰਟ ਹੋ ਗਏ, ਹਰਿਆਣਾ ਵੀ ਭਾਗ ਉਹਦੀ ਆ ਗਿਆ ਹੁਣ ਤਾਂ, ਪੰਜਾਬ ਹਰਿਆਣਾ ਤੋਂ ਦਿੱਲੀ ਤੱਕ ਦੈਟ ਇਜ਼ ਕੀ ਮੈਦਾਨ ਜਾਂਦੇ ਨੇ। ਅਸੀਂ ਦੇਖਦੇ ਹਾਂ ਕਿ ਸਤਲੁਜ ਤੋਂ ਜਿਹੜਾ ਉਰਲੇ ਮੈਦਾਨ ਨੇ ਇਹਨੂੰ ਮਾਲਵਾ ਦੇ ਮੈਦਾਨ ਕਿਹਾ ਜਾਂਦਾ ਗਾ। ਅਤੇ ਜਿਹੜੇ ਮੈਦਾਨ ਗੰਗਾ ਨਹੀਂ, ਘੱਗਰ ਅਤੇ ਯਮੁਨਾ ਦੇ ਵਿਚਾਲੇ ਆ ਗਏ, ਉਹਨਾਂ ਨੂੰ ਹਰਿਆਣਾ ਦੇ ਮੈਦਾਨ ਸਾਥੀਓ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਕਿ ਜਿਹੜੀ ਘੱਗਰ ਨਦੀ ਆ ਉਹ ਛੋਟਾ ਰੂਪ ਆ। ਪੁਰਾਣੇ ਸਮੇਂ 'ਚ ਇੱਕ ਨਦੀ ਵਗਦੀ ਹੈ ਸਰਸਵਤੀ ਨਦੀ, ਤਾਂ ਸਰਸਵਤੀ ਦਾ ਛੋਟਾ ਰੂਪ ਕਿਹੜੀ ਨਦੀ ਹੈ ਸਾਥੀਓ, ਘੱਗਰ ਨਦੀ ਹੈ। ਫਿਰ ਇਹ ਤੋਂ ਬਾਅਦ ਗੰਗਾ ਦੇ ਮੈਦਾਨ ਆ ਗਏ ਸਾਥੀਓ। ਗੰਗਾ ਦੇ ਮੈਦਾਨ ਸਾਡਾ ਜਿਵੇਂ ਯੂਪੀ ਦਾ ਇਲਾਕਾ ਆ ਗਿਆ, ਉੱਤਰਾਖੰਡ ਦਾ ਇਲਾਕਾ ਆ ਗਿਆ, ਉਹਨਾਂ ਦੇ ਵਿਚਕਾਰ ਆ ਗਏ। ਬਾਅਦ ਵਿੱਚੋਂ ਬ੍ਰਹਮਪੁੱਤਰਾ ਦੇ ਮੈਦਾਨ ਜੋ ਬ੍ਰਹਮਪੁੱਤਰਾ ਨਦੀ ਦੁਆਰਾ ਅਸਾਮ ਜਾਂ ਫਿਰ ਅਸੀਂ ਦੇਖਦੇ ਹਾਂ ਮੇਘਾਲਿਆ, ਅਰੁਣਾਚਲ ਪ੍ਰਦੇਸ਼, ਉੱਥੇ ਬਣਾਏ ਜਾਂਦੇ ਨੇ, ਉਹ ਮੈਦਾਨਾਂ ਨੂੰ ਬ੍ਰਹਮਪੁੱਤਰਾ ਦੇ ਮੈਦਾਨ ਕਿਹਾ ਜਾਂਦਾ। ਤਾਂ ਇੱਦਾਂ ਕਰਕੇ ਅਸੀਂ ਇਹਨੂੰ ਵੰਡਦੇ ਹਾਂ ਕਿਹਦੇ ਵਾਈਜ਼ 'ਤੇ, ਸਟੇਟ ਵਾਈਜ਼ ਦੇ ਬੇਸ 'ਤੇ। ਆਹ ਜਿਹੜਾ ਤੁਹਾਨੂੰ ਦੱਸਿਆ ਸੀ ਗੱਲਾਂ ਬਾਤਾਂ ਉਹੀ ਆ ਗਈਆਂ। ਤੀਜੀ ਚੀਜ਼ ਚੱਲਦੇ ਸਾਥੀਓ, ਤੀਜੀ ਚੀਜ਼ ਹੈਗੇ ਨੇ ਅਪਲੈਂਡਸ। ਅਪਲੈਂਡਸ ਹੁੰਦੇ ਨੇ ਪਠਾਰਾਂ। ਅਸੀਂ ਦੇਖਦੇ ਹਾਂ ਕਿ ਸਾਨੂੰ ਕੁਝ ਕੁ ਪਠਾਰੀ ਇਲਾਕਾ ਦੇਖਣ ਨੂੰ ਮਿਲਦਾ। ਮੋਸਟਲੀ ਪਠਾਰੀ ਇਲਾਕਾ ਸਾਨੂੰ ਕਿੱਥੇ ਦੇਖਣ ਨੂੰ ਮਿਲਦਾ ਗਾ, ਇਹ ਦੇਖਣ ਨੂੰ ਮਿਲਦਾ ਗਾ ਦੱਖਣ ਭਾਰਤ ਵਿੱਚ। ਭਾਵ ਜਿਵੇਂ ਅਸੀਂ ਦੈਟ ਇਜ਼ ਕੀ ਆ ਥੋੜ੍ਹਾ ਜਿਹਾ ਰਾਜਸਥਾਨ ਤੋਂ ਜਾਂਦੇ ਹਾਂ ਹੇਠਾਂ ਵੱਲ ਨੂੰ, ਤਾਂ ਸਾਨੂੰ ਦੈਟ ਇਜ਼ ਕਿ ਪਠਾਰੀ ਇਲਾਕਾ ਦੇਖਣ ਨੂੰ ਮਿਲਦਾ। ਬਟ ਇਜ਼ ਪਠਾਰੀ ਇਲਾਕਾ, ਬਟ ਇਜ਼ ਪਠਾਰ ਸਾਥੀਓ ਪਲੇਟਿਊ ਇਹ ਕੀ ਹੁੰਦਾ ਗਾ। ਦੇਖੋ ਪਲੇਟਿਊ ਪਠਾਰ ਇੱਕ ਤਰੀਕੇ ਦੀ ਪਰਬਤ ਹੀ ਹੈ। ਮੰਨ ਲਓ ਸਪੋਜ਼ ਕਰ ਲਓ ਆਹ ਇੱਕ ਦੈਟ ਇਜ਼ ਕੀ ਆ ਪਹਾੜੀ ਇਲਾਕਾ ਆ ਗਿਆ। ਹੁਣ ਇਹ ਬਹੁਤ ਪੁਰਾਣਾ ਪਹਾੜ ਆ, ਤਾਂ ਇਹਦੇ ਮਿੱਟੀ ਜਦੋਂ ਪਊਗੀ, ਮਿੱਟੀ ਹਵਾ ਦੈਟ ਇਜ਼ ਕੀ ਜਦੋਂ ਕਿਰਿਆ ਕਰੂਗੀ ਤਾਂ ਇਹਦੇ ਉੱਪਰਲੀ ਚੋਂ ਟੁੱਟ ਜੂਗੀ, ਟੁੱਟ ਕੇ ਉੱਪਰੋਂ ਛੋਟਾ ਹੋ ਜੂ ਅਤੇ ਲਗਭਗ ਇਹ ਦੈਟ ਇਜ਼ ਕਿ ਉੱਪਰੋਂ ਕੀ ਬਣ ਜੂ, ਗੋਲ ਬਣ ਜੂਗਾ। ਤਾਂ ਜਦੋਂ ਪਹਾੜ ਕੋਈ ਇੱਦਾਂ ਗੋਲ ਬਣ ਜਾਂਦੇ ਨੇ ਪੁਰਾਣੇ ਪਹਾੜ, ਤਾਂ ਉਸ ਟਾਈਮ 'ਤੇ ਉਹਨਾਂ ਨੂੰ ਕੀ ਕਹਿਣ ਲੱਗ ਜਾਂਦੇ ਆਪਾਂ, ਪਠਾਰ ਕਹਿਣ ਲੱਗ ਜਾਂਦੇ ਆ। ਤਾਂ ਪਠਾਰ ਹੋਰ ਕੁਝ ਨਹੀਂ, ਇੱਕ ਤਰੀਕੇ ਨਾਲ ਮੈਦਾਨ ਪਹਾੜਾਂ ਦਾ ਵਿਗੜਿਆ ਹੋਇਆ ਰੂਪ ਹੁੰਦਾ। ਜਦੋਂ ਕੋਈ ਪਹਾੜ ਉੱਪਰੋਂ ਟੁੱਟ ਜਾਂਦਾ
ਬਹੁਤ ਪੁਰਾਣੇ ਪਹਾੜ ਹੋਣ ਸਾਥੀਓ ਉਹੀ ਟੁੱਟਣਗੇ, ਧਿਆਨ ਰੱਖਣਾ। ਹਿਮਾਲਿਆ ਨਾਲ ਵੀ ਹੋ ਰਿਹਾ, ਪਰੰਤੂ ਹਿਮਾਲਿਆ ਅੱਜ ਵੀ ਪਹਾੜ ਨੇ, ਕਿਉਂਕਿ ਹਜੇ ਉਹਨੇ ਚੁੰਝ ਉੱਪਰੋਂ ਤਿੱਖੀ ਆ, ਪਰ ਜੇਕਰ ਚੁੰਝ ਉੱਪਰੋਂ ਐਦਾਂ ਹੋਣ ਲੱਗ ਗਈ, ਯੂ ਸ਼ੇਪ ਬਣ ਲੱਗ ਗਈ, ਫਿਰ ਅਸੀਂ ਉਹਨਾਂ ਨੂੰ ਵੀ ਕੀ ਕਹਿਣ ਲੱਗ ਜਾਂਗੇ, ਪਠਾਰ ਕਹਿਣ ਲੱਗ ਜਾਂਗੇ। ਸਾਥੀਓ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜ, ਭਾਵੇਂ ਉਹ ਅਰਾਵਲੀ ਪਰਬਤ ਹੋਣ, ਭਾਵੇਂ ਉਹ ਵਿੰਧਿਆਚਲ ਪਰਬਤ ਹੋਣ, ਭਾਵੇਂ ਉਹ ਸਤਪੁੜਾ ਪਹਾੜ ਹੋਣ, ਉਹ ਸਾਨੂੰ ਕਿੱਥੇ ਦੇਖਣ ਨੂੰ ਮਿਲਦੇ ਨੇ ਸਾਥੀਓ, ਭਾਰਤ ਵਿੱਚ ਦੇਖਣ ਨੂੰ ਮਿਲਦੇ ਨੇ। ਅੱਜ ਉਹ ਇੰਨੇ ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜ ਨੇ ਇਹ, ਤਾਂ ਹੁਣ ਹੌਲੀ ਹੌਲੀ ਮਿੱਟੀ ਪੈਣ ਦੇ ਨਾਲ, ਹਵਾ ਪੈਣ ਦੇ ਨਾਲ ਉਹ ਉੱਪਰੋਂ ਤਿੱਖੇ ਦੀ ਥਾਂ 'ਤੇ ਰੈਡ ਕਿ ਉਹ ਯੂ ਸ਼ੇਪ ਹੋ ਗਏ, ਤਾਂ ਕਰਕੇ ਇਹਨਾਂ ਨੂੰ ਹੁਣ ਅਸੀਂ ਪਠਾਰੀ ਇਲਾਕੇ ਦੇ ਵਿੱਚ ਕੀ ਕਰਦੇ ਹਾਂ, ਕਾਊਂਟ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਜਿਹੜਾ ਅਰਾਵਲੀ ਦਾ ਇਲਾਕਾ, ਅਰਾਵਲੀ ਪਹਾੜ ਦੁਨੀਆ ਦੇ ਸਭ ਤੋਂ ਜ਼ਿਆਦਾ ਪੁਰਾਣੇ ਪਹਾੜ ਨੇ, ਜੋ ਸਾਨੂੰ ਕਿੱਥੋਂ ਦੇਖਣ ਨੂੰ ਮਿਲਦੇ ਨੇ, ਰਾਜਸਥਾਨ 'ਚ ਦੇਖਣ ਨੂੰ ਮਿਲਦੇ ਸਾਥੀਓ। ਅਸੀਂ ਦੇਖਦੇ ਹਾਂ ਕਿ ਰਾਜਸਥਾਨ ਦੇ ਵਿੱਚ ਅਰਾਵਲੀ ਪਹਾੜ ਨੇ, ਇਹਨਾਂ ਦੀ ਸਭ ਤੋਂ ਉੱਚੀ ਚੋਟੀ ਬਹੁਤ ਪੇਪਰਾਂ 'ਚ ਆਈ ਆ। ਅਰਾਵਲੀ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਆ, ਗੁਰੂ ਸ਼ਿਖਰ, ਅਤੇ ਇਹ ਪਹਾੜ ਜੁੜੇ ਹੋਏ ਨੇ। ਅਸੀਂ ਦੇਖਦੇ ਹਾਂ ਕਿ ਪਿਪਲੀ ਘਾਟ ਜਾਂ ਹਲਦੀ ਘਾਟ, ਇਹ ਇਲਾਕੇ ਨੇ ਜਿਹੜੇ ਕਿ ਰੈਡਿਸਕੀ ਨੇ ਜੋੜਦੇ ਨੇ ਕਿਹਨਾਂ ਨੂੰ, ਇਹ ਪਹਾੜਾਂ ਨੂੰ, ਅਰਾਵਲੀ ਪਹਾੜਾਂ ਨੂੰ। ਅਰਾਵਲੀ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਪਹਾੜ ਨੇ ਵਿੰਧਿਆਚਲ ਪਹਾੜ। ਅਸੀਂ ਦੇਖਦੇ ਹਾਂ ਕਿ ਨਰਮਦਾ ਨਦੀ ਵਹਿੰਦੀ ਆ, ਨਰਮਦਾ ਨਦੀ ਵਹਿੰਦੀ ਆ ਕਿਹਦੇ ਵਿੱਚ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਵਿੱਚ। ਤਾਂ ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਨਰਮਦਾ ਨਦੀ ਵਹਿੰਦੀ ਆ, ਉਹਦੇ ਨਾਲ ਨਾਲ ਸਾਨੂੰ ਬਹੁਤ ਉੱਚੀਆਂ ਪਹਾੜੀਆਂ, ਪਠਾਰਾਂ ਦੇਖਣ ਨੂੰ ਮਿਲਦੀਆਂ ਨੇ। ਉਹ ਪਠਾਰਾਂ ਨੂੰ ਵਿੰਧਿਆਚਲ ਦੈਟ ਇਜ਼ ਕਿ ਰੇਂਜ ਸਾਥੀਓ ਕਿਹਾ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਜਿਹੜੀ ਇਹ ਵਿੰਧਿਆਚਲ ਰੇਂਜ ਆ ਅੱਜ ਕੱਲ੍ਹ ਦੈਟ ਇਜ਼ ਕੀ ਹੈ, ਇਹ ਬਹੁਤ ਨੀਵੀਂ ਹੋ ਚੁੱਕੀ ਹੈ, ਕਿਉਂਕਿ ਘਿਸਾਵਟ ਕਾਫੀ ਜ਼ਿਆਦਾ ਹੋ ਗਈ। ਪਰੰਤੂ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਜ਼ਿਆਦਾ ਨਦੀਆਂ ਜਿਵੇਂ ਨਰਮਦਾ ਨਦੀ, ਸੋਨ ਨਦੀਆਂ, ਇਹਨਾਂ ਪਹਾੜਾਂ ਦੇ ਵਿੱਚ ਦੀ ਹੋ ਕੇ ਲੰਘਦੀਆਂ ਨੇ। ਤੀਜੀ ਤਰ੍ਹਾਂ ਦੇ ਜਿਹੜੇ ਪਹਾੜ ਨੇ ਜਾਂ ਪਠਾਰੀ ਇਲਾਕਾ ਕਿ ਸਤਪੁੜਾ। ਸਤਪੁੜਾ ਅਸੀਂ ਦੇਖਦੇ ਹਾਂ ਕਿ ਜਿਹੜੇ ਸਤਪੁੜਾ ਹੈਗੀ ਆ ਰੇਂਜ, ਅਸੀਂ ਦੇਖਦੇ ਹਾਂ ਕਿ ਸਤਪੁੜਾ ਰੇਂਜ ਜਿਹੜੀ ਹੈਗੀ ਆ, ਉਹ ਕਹਿਣ ਦਾ ਮਤਲਬ ਸਾਨੂੰ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਬਾਰਡਰ 'ਤੇ ਦੇਖਣ ਨੂੰ ਮਿਲਦੀ ਆ। ਤਾਂ ਬਿਲਕੁਲ ਸਤਪੁੜਾ ਪਹਾੜ ਦੇਖਣ ਨੂੰ ਮਿਲਦੇ ਨੇ। ਤਾਂ ਸਾਥੀਓ ਧਿਆਨ ਰੱਖਣਾ, ਇੱਕ ਕੁਐਸਚਨ, ਦੋ ਤਰੀਕੇ ਨਾਲ ਪਹਾੜ ਬਣਦੇ ਨੇ। ਜਾਂ ਤਾਂ ਕੋਈ ਉੱਚੇ ਪਹਾੜ, ਭਾਵ ਜ਼ਮੀਨ ਦਾ ਕੋਈ ਇਲਾਕਾ ਉੱਚਾ ਹੋ ਗਿਆ ਤਾਂ ਪਹਾੜ ਬਣਨਗੇ, ਜਾਂ ਫਿਰ ਕੀ ਹੋਊਗਾ, ਹੋ ਸਕਦਾ ਜ਼ਮੀਨ ਧੱਸ ਗਈ। ਜੇ ਜ਼ਮੀਨ ਧੱਸ ਗਈ ਤਾਂ ਸਾਈਡਾਂ ਕੀ ਰਹਿ ਗਈਆਂ, ਉੱਚੀਆਂ ਰਹਿ ਗਈਆਂ। ਜੇ ਜ਼ਮੀਨ ਧੱਸ ਗਈ, ਸਾਈਡਾਂ ਉੱਚੀਆਂ ਰਹਿ ਗਈਆਂ, ਜਿਹੜੇ ਆ ਮੈਦਾਨ ਬਣੇ ਨੇ ਇਹਨਾਂ ਨੂੰ ਬਲੌਕ ਮਾਊਂਟੇਨਸ, ਬਲੌਕ ਪਰਬਤ ਕਹਿੰਦੇ ਨੇ। ਤਾਂ ਆਪਣੇ ਭਾਰਤ ਵਿੱਚ ਇੱਕੋ ਇੱਕ ਪਹਾੜ ਨੇ ਜਿਹੜੇ ਬਲੌਕ ਮਾਊਂਟੇਨਸ ਨੇ, ਉਹ ਕਿਹੜੇ ਪਹਾੜ ਨੇ, ਸਤਪੁੜਾ ਦੇ ਮੈਦਾਨ ਸਾਥੀਓ ਕਿਹਾ ਜਾਂਦਾ। ਸਤਪੁੜਾ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਹੈਗੀ ਉਹ ਧੂਪਗੜ੍ਹ ਆ। ਧੂਪਗੜ੍ਹ 1350 ਮੀਟਰ ਦਾ ਡਿਸਕ ਉੱਚੀ ਚੋਟੀ ਪਾਈ ਜਾਂਦੀ ਹੈ। ਇਹ ਤੋਂ ਇਲਾਵਾ ਅਮਰਕੰਟਕ ਦੀਆਂ ਪਹਾੜੀਆਂ, ਪੰਚਮੜੀ ਦੀਆਂ ਪਹਾੜੀਆਂ, ਅਸ਼ਤੰਭਾ ਦੀਆਂ ਪਹਾੜੀਆਂ, ਇਹ ਸਾਰੀਆਂ ਪਹਾੜੀਆਂ ਸਤਪੁੜਾ ਦੇ ਵਿੱਚ ਸਾਥੀਓ ਪਾਈਆਂ ਜਾਂਦੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਇਹ ਤੋਂ ਇਲਾਵਾ ਸਾਨੂੰ ਵੈਸਟਰਨ ਘਾਟ ਜਾਂ ਪੱਛਮੀ ਘਾਟ ਮਿਲਦੇ ਨੇ। ਭਾਰਤ ਦੇ ਪੱਛਮੀ ਹਿੱਸੇ ਦੇ ਵਿੱਚ ਸਾਨੂੰ ਉੱਚੀਆਂ ਪਹਾੜੀਆਂ ਦੇਖਣ ਨੂੰ ਮਿਲਦੀਆਂ, ਉਹਨਾਂ ਨੂੰ ਪੱਛਮੀ ਘਾਟ ਕਿਹਾ ਜਾਂਦਾ। ਬਹੁਤ ਮੀਂਹ ਪੈਂਦਾ ਇਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਨੂੰ ਸਹਾਇਦਰੀ ਵੀ ਕਿਹਾ ਜਾਂਦਾ। ਧਿਆਨ ਰੱਖਣਾ, ਕੁਐਸਚਨ ਆਊਗਾ ਕਿ ਪੱਛਮੀ ਘਾਟਾਂ ਦਾ ਹੋਰ ਕਿੰਨਾ ਗਾ, ਇਟ ਇਜ਼ ਸਹਾਇਦਰੀ। ਅਸੀਂ ਦੇਖਦੇ ਹਾਂ ਕਿ ਇਹ ਗੁਜਰਾਤ ਤੋਂ ਚੱਲ ਕੇ ਕੰਨਿਆ ਕੁਮਾਰੀ, ਤਾਮਿਲਨਾਡੂ ਤੱਕ ਸਾਨੂੰ ਲੌਂਗ ਉੱਚੀਆਂ ਪਹਾੜੀਆਂ ਦੇਖਣ ਨੂੰ ਮਿਲਦੀਆਂ ਨੇ, ਜੋ ਬਹੁਤ ਪੁਰਾਣੀਆਂ ਪਹਾੜੀਆਂ ਨੇ। ਦੱਖਣ ਭਾਰਤ ਦੀਆਂ ਨਦੀਆਂ, ਭਾਵੇਂ ਗੋਦਾਵਰੀ ਹੋਵੇ, ਭਾਵੇਂ ਕ੍ਰਿਸ਼ਨਾ ਹੋਵੇ, ਭਾਵੇਂ ਕਾਵੇਰੀ ਹੋਵੇ, ਉਹ ਇਹਨਾਂ ਪੱਛਮੀ ਘਾਟਾਂ ਵਿੱਚੋਂ ਹੀ ਨਿਕਲ ਕੇ ਦੈਟ ਇਜ਼ ਕੀ ਨੇ ਅੱਗੇ ਵੱਧਦੀਆਂ ਨੇ ਅਤੇ ਬੰਗਾਲ ਦੀ ਖਾੜੀ ਵਿੱਚ ਜਾ ਕੇ ਡਿੱਗਦੀਆਂ ਨੇ। ਸਾਥੀਓ ਅਸੀਂ ਦੇਖੀਏ ਕਿ ਬਹੁਤ ਸਾਰੇ, ਜਿਵੇਂ ਆਪਾਂ ਉੱਥੇ ਕਹਿੰਦੇ ਦਰੇ, ਆਹ ਕੁਐਸਚਨ ਬਹੁਤ ਇੰਪੋਰਟੈਂਟ ਆ। ਜਿਵੇਂ ਆਪਾਂ ਕਹਿੰਦੇ ਦਰੇ ਜੋ ਦੋ ਪਹਾੜੀਆਂ ਨੂੰ ਜੋੜਦੇ ਸੀ, ਉਵੇਂ ਅਸੀਂ ਦੇਖਦੇ ਹਾਂ ਕਿ ਵੈਸਟਰਨ ਘਾਟਾਂ 'ਚ ਜਿਹੜੀਆਂ ਪਹਾੜੀਆਂ ਨੇ ਉਹਨਾਂ ਨੂੰ ਵੀ ਜੋੜਨ ਵਾਲੇ ਦਰੇ ਨੇ, ਪਰ ਉੱਥੇ ਦਰੇ ਨਹੀਂ, ਉਹਨੂੰ ਕਹਿੰਦੇ ਨੇ ਘਾਟ। ਅਗਲਾ ਕੁਐਸਚਨ ਪੇਪਰ 'ਚ ਆਇਆ ਹੋਇਆ, ਕੁਐਸਚਨ ਇਹ ਆ ਕਿ ਥਾਲ ਘਾਟ ਆ ਕਿਹਦੇ ਵਿੱਚ ਆ, ਤਾਂ ਪੱਛਮੀ ਘਾਟਾਂ 'ਚ ਆ। ਕਿਹਨੂੰ ਜੋੜਦਾ, ਮਹਾਰਾਸ਼ਟਰ ਦਾ ਸ਼ਹਿਰ ਆ ਨਾਸਿਕ, ਨਾਸਿਕ ਨੂੰ ਜੋੜਦਾ ਮੁੰਬਈ ਨਾਲ। ਤਾਂ ਕੁਦਰਤੀ ਰੂਪ 'ਚ ਇੱਕ ਰਸਤੇ ਬਣੇ ਹੋਏ ਨੇ ਜੋੜਨ ਵਾਲੇ। ਤਾਂ ਨਾਸਿਕ ਨੂੰ ਮੁੰਬਈ ਨਾਲ ਜੋੜਨ ਵਾਲਾ ਕੌਣ ਆ, ਥਾਲ ਘਾਟ। ਮੁੰਬਈ ਨੂੰ ਪੂਨੇ ਨਾਲ ਜੋੜਨ ਵਾਲਾ ਕੌਣ ਹੈਗਾ, ਭੋਰ ਘਾਟ। ਅਤੇ ਕੋਚੀ ਨੂੰ ਕੇਰਲਾ ਨਾਲ ਜੋੜਨ ਵਾਲਾ ਕੌਣ ਹੈਗਾ, ਪਾਲ ਘਾਟ। ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਕਿਹਨੂੰ ਕਿਹਦੇ ਨਾਲ ਜੋੜਦੇ ਨੇ ਪਤਾ ਹੋਣਾ ਚਾਹੀਦਾ। ਥਾਲ ਘਾਟ ਨਾਸਿਕ ਸ਼ਹਿਰ ਨੂੰ ਜੋੜਦਾ ਮੁੰਬਈ ਨਾਲ, ਭੋਰ ਘਾਟ ਜੋੜਦਾ ਮੁੰਬਈ ਨੂੰ ਪੂਨੇ ਨਾਲ। ਇਹ ਸਾਰੇ ਸ਼ਹਿਰ ਜਿਹੜੇ ਹੈਗੇ ਨੇ ਪੱਛਮੀ ਘਾਟਾਂ 'ਚ ਮਿਲਦੇ ਨੇ ਸਾਥੀਓ, ਤਾਈਓ ਬਹੁਤ ਮੀਂਹ ਪੈਂਦਾ ਪੂਨੇ, ਨਾਸਿਕ, ਕੋਚੀ, ਕੇਰਲਾ ਦੇ ਵਿੱਚ ਕਿਉਂਕਿ ਇਹ ਸਾਰੇ ਕੀ 'ਚ ਪਾਏ ਜਾਂਦੇ ਨੇ, ਪੱਛਮੀ ਘਾਟਾਂ ਜਿੱਥੇ ਬਹੁਤ ਮੀਂਹ ਪੈਂਦੇ ਨੇ। ਤਾਂ ਪਾਲ ਘਾਟ ਜੋੜਦਾ ਕੋਚੀ ਨੂੰ ਕੇਰਲਾ ਨਾਲ।
सब तो उच्ची चोटी पश्चिमी घाटां दी साथियों अनाई मुडी आ। अनाई मुडी सब तो उच्ची चोटी दैट इज़ की पाई जाती है। ਅਸੀਂ ਦੇਖਦੇ ਹਾਂ कि जिस तरीके नाल वैसटर्न घाट मिलते हैं उवें सानूं ईस्टर्न घाट भी साथियों देखने को मिलते हैं। ईस्टर्न घाट पूर्व वाले पासे सानूं की ने उच्चियां पहाड़ियां चोटियां देखने को मिलदियां ने, उन्हां नूं साथियों ईस्टर्न घाट कहा जाता। ये स्टार्ट होंदे ने उड़ीसा तो जाते हुए तमिलनाडु तक साथियों ये पहुँचते हैं। ਅਸੀਂ देखते हैं सब तो उच्ची चोटी जी पूर्वी घाटां 'च मिलती आ उन्होंने महेंद्रगिरी पहाड़ियां कहा जाता। ਅਸੀਂ देखते हैं कि ये तो इलावा महेंद्रगिरी तो इलावा सानू नल्ला मल्ला दीयां पहाड़ियां ते पालकोंडा दीयां पहाड़ियां जो सानू आंध्रा प्रदेश देखने को मिलदियां ने वो भी ईस्टर्न घाटां दी ही एक तरीके नाल दैट इज़ की ने ब्रांच हुंदियां ने। अगे चल साथियों ये तो बाद चौथे नंबर ते भारत विच सानू तटवर्ती इलाके भी देखने को मिलते हैं। मैं तुहानूं समझाउणा भी आ मान लो इंडिया का साउथ इंडिया का मैप आ जिहड़ी रेंज आ ये इधरला पासा की है वैसटर्न घाट, इधरला पासा किहड़ा ईस्टर्न घाट है। ये तो पहाड़ ने, ये वैसटर्न घाट ते आ जिहड़ा इलाका विचाले रह गया इन्हां इलाकिਆਂ ਨੂੰ साथियों की कहा जाता है कोस्टल एरिया तटवर्ती एरिया कहा जाता। ਅਸੀਂ देखते हैं कि सानू गुजरात तो स्टार्ट होके पहला गुजरात दा कोस्टल एरिया आउंदा गा, फिर कोंकण दा कोस्टल एरिया आउंदा, फिर कन्नड़ कोस्टल एरिया आउंदा, फिर मालाबार कोस्टल एरिया आउंदा। साथियों क्वेश्चन अलग अलग तुहानूं पता होना चाहिए। ये इधरले पासे मिलते हैं इन्हों पश्चिमी तटवर्ती एरिया कहा जाता। गुजरात के मैदान तक क्लीयर है गुजरात च पाए जाएंगे। कोंकण साथियों गोवा के तटवर्ती इलाकों को कोंकण तटवर्ती इलाका साथियों कहा जाता। तो असीं देखते हैं कि मैंगलोर करनाटका च पाया जाता। तो करनाटका के इलाके को कन्नड़ तटवर्ती इलाका तो केरला के इलाके को मालाबार तटवर्ती इलाका कहा जाता। असीं देखते हैं कि अराउंड 1500 मीटर दैट इज़ की ने लंबे 1500 किलोमीटर लंबे तो 10 तो 20 किलोमीटर चौड़े दैट इज़ की ने इलाके पाए जाते हैं। असीं देखते हैं कि बहुत ज़्यादा मींह इत्थे पैंदा क्योंकि नाल की लागे पश्चिमी घाट लागे तो नाल कोस्टल एरिया जिहड़ा हैगा ये मुख्य तौर पर जिहड़े लोग रहिंदे ने वो दैट इज़ की ने समुद्रां दे नाल अटैच होने करके असीं देखते हैं कि मछली जां चावलों की खेती साथियों ये करते हैं। ये तो इलावा लास्ट ते ईस्टर्न कोस्टल एरिया भाव पूर्वी तटवर्ती इलाका साथियों आया। असीं देखते हैं कि पूर्वी तटवर्ती इलाका उपरों स्टार्ट हुंदा दैट इज़ की पश्चिमी बंगाल तो हेठां तक जांदा। ये इलाका ज़्यादा चौड़ा, ये कोस्टल एरिया ज़्यादा चौड़ा एज़ कंपेयर टू पश्चिमी घाटां नालों क्योंकि बहुत बड़े डेल्टे भावें गोदावरी नदी कृष्णा कावेरी इत्थों चलदियां ने इधर नूं वगदियां ने। तो सानूं बड़े तटवर्ती मैदान इन्हां इलाकों के विचकार देखने को मिलते हैं। बहुत ज़्यादा झीलां जिवें कि चिल्का झील उड़ीसा की, पुलीकट लेक पुलीकट झील आंध्रा प्रदेश ते तमिलनाडु की बाउंडरी ते आ, अते कुलेरू लेक तुसीं दसना भी कित्थे आ। ये भी सारे कित्थे मिलते सानूं ईस्टर्न घाटां दे विच साथियों देखने को मिलते हैं। असीं देखते हैं कि ज़्यादा लोग ईस्टर्न घाटां 'च रहिंदे ने कारण की क्योंकि इत्थे नदियां ज़्यादा वगदियां ने, ज़्यादा डेल्टा ज़्यादा खेतीबाड़ी की जा सकती है तो मोस्ट लोग इन्हां इलाकों 'च रहना पसंद करते हैं। पंजवीं तरह के साथियों जिहड़े भू भाग मिलते हैं भारत विच उहनूं कहंदे ने आईलैंड द्वीप समूह। असीं देखते हैं कि भारत विच टोटल 247 टापू ने, ये याद रखना भारत विच टोटल 247 टापू ने, उहदे विचों 204 बंगाल की खाड़ी अते बाकी जिहड़े रह गए वो की च मिलते सानूं अरब सागर दे विच देखने को मिलते हैं। तो रट्टा बस ये मारना कि बंगाल की खाड़ी टापू सानूं की मिलते हैं ज़्यादा मिलते हैं। ਜਿਹੜੇ टापू बंगाल की खाड़ी 'च मिलते हैं 204 उन्होंने इकट्ठिਆਂ ਨੂੰ ही अंडेमान ते निकोबार टापू कहते हैं। ਜਿਹੜੇ टापू सानूं अरब सागर 'ਚ मिलते हैं उन्होंने लक्षद्वीप ਅਤੇ मिनीकोय साथियों कहा जाता। ਅਸੀਂ देखते हैं कि ਜਿਹੜੇ अंडेमान ਤੇ निकोबार टापू ने ये धरती ਜਾਂ पानी ज्वालामुखी फटिया, ज्वालामुखी फटण ਦੇ ਨਾਲ ਉਹ लावा ਉੱਪਰ आ गया ਉਹਦੇ ਕਰਕੇ बने हुए ने ਤਾਂ वोल्केनिक माउंटेन्स ने, ध्यान रखना ये गल। ਅਸੀਂ देखते हैं कि ਜਿਹੜੇ टापू ने निक्के निक्के ਵੱਡੇ अंडेमान ਤੇ निकोबार ने, ਇਹ ਤੋਂ ਇਲਾਵਾ ਨਿੱਕੇ ਨਿੱਕੇ ਹੋਰ ਕਾफ़ी तरह के टापू ਸਾਨੂੰ मिलते हैं। ਇਹਦੇ ਵਿੱਚੋਂ ਸਭ ਤੋਂ ਉੱਚੀ ਚੋਟੀ अंडेमान निकोबारां ਦੀ ਇੱਕ ਉੱਚੀ ਚੋਟੀ ਮਿਲਦੀ ਹੈ, ਉਹਨੂੰ ਕਹਿੰਦੇ ਸੈਡਲ ਪੀਕ। ਸੈਡਲ ਪੀਕ ਉੱਤਰੀ अंडेमान 'ਚ ਇੱਕ ਚੋਟੀ ਮਿਲਦੀ ਆ,
जो लगभग 737 मीटर की है उच्ची है। बहुत सारे तरह के जातियां के लोग इत्थे आदिवासी लोग रहिंदे ने। याद रखना ओंग, जारावा ते सेंटालीज़ ये जातियां ने जो सानू आदिवासी लोग ने जो कित्थे मिलते हैं सानू अंडेमान निकोबार च। इन्हां दा जिहड़ा जीवन आ वो जिवें पुराने अज तो 1000 साल पहलां लोग रहंदे सी आदिवासी अज भी उवें रहिंदे ने। इन्हां नूं कोई ये नहीं भी सानू टीवी चाहीदा ਜਾਂ ਸਾਨੂੰ दैट इज़ के कपड़े चाहिए ने, यह जा नहीं, ये पुराने तरीके नाल अपनी जिंदगी की है बसर करते हैं। जातियां रखनियां ने ओंग, जारावा ते सेंटालीज़ ये कित्थे मिलदियां सानू अंडेमान ते निकोबार दे विच साथियों मिलदियां ने। असीं देखदे हां कि इह तों इलावा दैट इज़ की है नाल ही देश की है बहुत सारे जिवें सुमात्रा देश की नाल ही इहदे आ जांदा। अगे चलदे हां जिहड़े अरब सागर च मिलदे ने वो सानू लक्षद्वीप ते मिनीकोय साथियों कहाउंदे ने। ਅਸੀਂ देखते हैं कि लक्षद्वीप मिनीकोय की राजधानी आप पिछले च पढ़ी सी ना की सीगा कावाराती। तो लक्षद्वीप मिनीकोय की राजधानी वो की है साथियों कावाराती आप पढ़े सी। ये साथियों वॉल्केनिक माउंटेन नहीं हैगे। असी पढ़ते हैं कोरल द्वीप, कोरल कोरल जिमें आप दिवाली वाले सिप्पियां नहीं देखते होंगे ये उही सिप्पियां ने। ये उन्होंने द्वारा दैट इज़ की ने वो कोरल एक जीव होंगे ने वो दैट इज़ की इकट्ठे होंदे रहंदे ने, इकट्ठे होंदे रहंदे ने, उन्हां तो मिल के दैट इज़ की कोरल द्वीप बनते हैं। आप पिछली बारी पढ़िया सीगा 8 डिग्री चैनल, 9 डिग्री चैनल, 10 डिग्री चैनल एक रेखावां ने जो वक करदियां ने अलग अलग थावां नूं। तुसीं वो पिछली वीडियो 'च उहनूं की कर लेना, याद कर लेना। बहुत इंपॉर्टेंट क्वेश्चन सीगे वो याद रखना। ये गल दे विच असीं देखदे हां कि भारत दे विच दैट इज़ की ने ये आईलैंड जिवें आपां दैट इज़ अलग अलग कामां वास्ते जिवें इसरो जो अपने जहाज़ वगैरह सैटेलाइट जिहड़ा बाहरले पासे भेजदा तो वो दैट इज़ की ने इन्हां आईलैंड्स तो भेजदा। साडे एक दैट इज़ की ने आईलैंड आ जिहदा नाम हैगा श्री हरिकोटा। श्री हरिकोटा पुलीकट झील दे कोल एक दीप समूह बनिया होया तो इत्थों इसरो अपने की भेजदा गा सैटेलाइट्स भेजदा। उवें एक आईलैंड आ व्हीलर आईलैंड। व्हीलर आईलैंड महानदी के कोल आ उड़ीसा के कोल, तो उत्थों भी इसरो वाले अपने की भेजते हैं सैटेलाइट भेजते हैं। ये तो इलावा तुसीं चेन्नई किहड़ी मूवी आई सी चेन्नई एक्सप्रैस विच पांबन दैट इज़ की ने पांबन आईलैंड देखा होना। क्रोकोडाइल आईलैंड आ, एलीफेंट आईलैंड आ, ये साथियों बहुत वधिया आईलैंड ने, अपने टूरिस्ट स्पॉट ने, तो लोग देखने वास्ते की जाते हैं। तो साथियों इदा करके आज जिहड़ा आपां टॉपिक स्टार्ट किया सीगा कि भारत जोग्राफिकल तौर पर किन्ने भागां 'च वंडिया होया उहनूं दैट इज़ की पढ़िया। वो काफ़ी तरह के क्वेश्चन असीं देखने की कोशिश की। मैं अगली वीडियो लैके आऊँगा नदियां ते, भारत में किहड़ियां नदियां बहदियां ने, की उहदा एरिया उहनूं भी दैट इज़ की साथियों याद करना। चलो अज वास्ते नहीं, कल नूं मिलते हैं साथियों। बाय बाय।